ਸਵਾਂਜੋਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈ ਕਿਉਂ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਦੂਸਰਾ ਐਂਗਲੋ ਸਿੱਖ ਯੁੱਧ। ਸੋ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਫਸਟ ਜਿਹੜਾ ਕਹਿ ਸਕਦੇ ਹਾਂ ਜਾਂ ਪਹਿਲਾ ਐਂਗਲੋ ਸਿੱਖ ਯੁੱਧ ਉਹ ਕਰ ਲਿਆ ਹੈ, ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਇਸ ਦੂਸਰੇ ਐਂਗਲੋ ਸਿੱਖ ਯੁੱਧ ਦੇ ਅੰਤ ਦੇ ਨਾਲ ਹੀ ਜਿਹੜਾ ਕਹਿ ਸਕਦੇ ਹਾਂ ਪੰਜਾਬ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਹੈ ਅਤੇ ਪੰਜਾਬ ਜਿਹੜਾ ਹੈ ਉਹ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਸੋ ਹਿਸਟਰੀ ਆਫ ਪੰਜਾਬ ਦਾ ਜਿਹੜਾ ਟੌਪਿਕ ਰਹੂਗਾ ਅਤੇ ਮਾਸਟਰ ਕੇਡਰ, ETT ਕੇਡਰ, ਪੰਜਾਬ ਪੁਲਿਸ, NTT, PSPCL ਅਤੇ PS ਟੈਟ ਐਗਜ਼ਾਮ ਦੇ ਲਈ ਇਹ ਵਾਲਾ ਪਾਰਟ ਤੁਹਾਨੂੰ ਕਾਫੀ ਹੈਲਪਫੁਲ ਰਹੂਗਾ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਹੂਗਾ। ਸੋ ਥਿਊਰੀ ਦੇ ਨਾਲ ਹੀ ਇਸ ਦੇ ਵਿੱਚ 20 MCQ ਜਿਹੜੇ ਉਹ ਐਡ ਕੀਤੇ ਗਏ ਨੇ ਜੋ ਕਿ ਜਿਸ ਦੇ ਨਾਲ ਤੁਸੀਂ ਆਪਣੀ ਬੈਸਟ ਪ੍ਰੀਪਰੇਸ਼ਨ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ ਕਿ ਤੁਹਾਨੂੰ ਟੌਪਿਕ ਦੇ ਵਿੱਚ ਜਿਹੜਾ ਹੈ ਕਿੰਨਾ ਕੁਝ ਸਮਝ ਲੱਗ ਚੁੱਕਿਆ ਹੈ। ਸੋ ਇਸ ਆਧਾਰ ਦੇ ਉੱਪਰ ਤੁਸੀਂ ਉਸ ਨੂੰ ਦੇਖ ਸਕੋਗੇ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਜਿਨ੍ਹਾਂ ਨੇ ਪਹਿਲਾਂ ਐਂਗਲੋ ਸਿੱਖ ਯੁੱਧ ਨਹੀਂ ਦੇਖਿਆ ਪਲੀਜ਼ ਪਹਿਲਾਂ ਉਹ ਦੇਖ ਲੈਣ ਕਿਉਂਕਿ ਉਸ ਤੋਂ ਬਾਅਦ ਹੀ ਤੁਸੀਂ ਇਸ ਪਾਰਟ ਨੂੰ ਜਿਹੜਾ ਉਹ ਸਮਝ ਪਾਓਗੇ। ਤਾਂ ਸ਼ੁਰੂਆਤ ਕਰਦੇ ਹਾਂ ਕਿ ਦੂਸਰਾ ਐਂਗਲੋ ਸਿੱਖ ਯੁੱਧ। ਸੋ ਇਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਾਰਨ ਕਿਹੜੇ ਕਿਹੜੇ ਰਹੇ ਸੀ ਜਿਸ ਦੇ ਕਾਰਨ ਕਰਕੇ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਦੂਸਰਾ ਐਂਗਲੋ ਸਿੱਖ ਯੁੱਧ ਹੋਇਆ। ਸੋ ਇਸ ਦਾ ਫਸਟ ਕਾਰਨ ਰਹਿੰਦਾ ਹੈ ਓਕੇ। ਸੋ ਦੂਸਰੇ ਐਂਗਲੋ ਸਿੱਖ ਯੁੱਧ ਦੇ ਕਾਰਨ ਦੀ ਗੱਲ ਕਰੀਏ ਔਰ ਇਸ ਤੋਂ ਪਹਿਲਾਂ ਆਪਾਂ ਇਹ ਚੀਜ਼ ਸਮਝ ਲਈਏ ਕਿ ਇਸ ਯੁੱਧ ਦੇ ਦੌਰਾਨ ਭਾਰਤ ਦਾ ਜਿਹੜਾ ਕਹਿ ਸਕਦੇ ਹਾਂ ਨਾ ਗਵਰਨਰ ਜਨਰਲ ਜਿਹੜਾ ਹੁੰਦਾ ਹੈ ਉਹ ਲਾਰਡ ਡਲਹੌਜੀ ਹੁੰਦਾ ਹੈ। ਸੋ ਇਸ ਦੇ ਕਾਰਜਕਾਲ ਦੇ ਦੌਰਾਨ ਹੀ ਜਿਹੜਾ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ ਹੈ। ਇੰਪੋਰਟੈਂਟ ਹੈ ਕਿ ਲਾਰਡ ਡਲਹੌਜੀ ਦੇ ਕਾਰਜਕਾਲ ਦੇ ਦੌਰਾਨ ਹੀ ਅੰਗਰੇਜ਼ਾਂ ਅਤੇ ਸਿੱਖਾਂ ਦੇ ਦਰਮਿਆਨ 1849 ਦੇ ਵਿੱਚ 4849 ਦੇ ਵਿੱਚ ਦੂਸਰਾ ਐਂਗਲੋ ਸਿੱਖ ਯੁੱਧ ਸ਼ੁਰੂ ਹੁੰਦਾ ਹੈ ਕਾਕਾ। ਸੋ ਪਹਿਲਾ ਕਾਰਨ ਕੀ ਰਹਿੰਦਾ ਹੈ ਇਸ ਦੇ ਵਿੱਚ ਕਿ ਸਿੱਖਾਂ ਦੀ ਆਪਣੀ ਹਾਰ ਦਾ ਬਦਲਾ ਲੈਣ ਦੀ ਇੱਛਾ। ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ ਜਿਸ ਦੇ ਵਿੱਚ ਸਿੱਖਾਂ ਨੂੰ ਭਾਰੀ ਨੁਕਸਾਨ ਜਿਹੜਾ ਹੈ ਭੁਗਤਣਾ ਪਿਆ ਸੀ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਹਾਰ ਹੋ ਗਈ ਸੀ ਅਤੇ ਅੰਗਰੇਜ਼ ਜਿਹੜੇ ਆ ਉਹ ਜੇਤੂ ਰਹੇ ਸੀ ਇਸ ਲੜਾਈ ਦੇ ਵਿੱਚ। ਤਾਂ ਸਿੱਖ ਜਿਹੜੇ ਸੀਗੇ ਉਸ ਸਨਮਾਨ ਨੂੰ ਵਾਪਸ ਲਿਆਉਣ ਦੇ ਲਈ ਸਿੱਖਾਂ ਦੇ ਅੰਗਰੇਜ਼ਾਂ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਦੂਸਰਾ ਯੁੱਧ ਕਰਕੇ ਆਪਣੇ ਉਸ ਸਨਮਾਨ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਸੀ ਤਾਂ ਕਿ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਨਾ ਉਸੇ ਤਰ੍ਹਾਂ ਦੀ ਇਮੇਜ ਜਿਹੜੀ ਉਹ ਬਣੀ ਰਹੇ ਕਿਉਂਕਿ ਸਿੱਖ ਉਸ ਸਮੇਂ ਦੇ ਵਿੱਚ ਕਾਫੀ ਪ੍ਰਸਿੱਧ ਜਿਹੜੇ ਉਹ ਮੰਨੇ ਜਾਂਦੇ ਸੀ ਜਿਨ੍ਹਾਂ ਨੇ ਫਾਗਰਾਂ ਨੂੰ ਕਾਫੀ ਸਾਰੇ ਜਿਹੜੀਆਂ ਹੋਰ ਪ੍ਰਸਿੱਧ ਰਿਆਸਤਾਂ ਸੀ ਉਹਨਾਂ ਨੂੰ ਹਰਾਇਆ ਹੋਇਆ ਸੀਗਾ। ਬਟ ਅੰਗਰੇਜ਼ਾਂ ਨੇ ਉਹਨਾਂ ਦੇ ਹਰਾਉਣ ਦੇ ਨਾਲ ਜਿਹੜਾ ਕਹਿ ਸਕਦੇ ਨੇ ਸ਼ਕਤੀ ਦੇ ਉੱਪਰ ਇਫੈਕਟ ਪੈਂਦਾ ਸੀ। ਸੋ ਇਸ ਕਰਕੇ ਸਿੱਖ ਸੀਗੇ ਜਿਹੜਾ ਉਹ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸੀ ਜਿਹਦੇ ਕਾਰਨ ਕਰਕੇ ਦੂਸਰਾ ਐਂਗਲੋ ਸਿੱਖ ਯੁੱਧ ਹੋਇਆ ਸੀ। ਅਤੇ ਦੂਸਰਾ ਕਾਰਨ ਹੈ ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਤੋਂ ਪੰਜਾਬੀ ਅਸੰਤੁਸ਼ਟ ਸੀਗੇ। ਸੋ ਇਹ ਸੀਗਾ ਕਿ ਜਦੋਂ ਪਹਿਲਾਂ ਐਂਗਲੋ ਸਿੱਖ ਯੁੱਧ ਦੇ ਵਿੱਚ ਹਾਰ ਹੁੰਦੀ ਹੈ ਤਾਂ ਉਸ ਸਮੇਂ ਲਾਹੌਰ ਅਤੇ ਭੈਰੋਵਾਲ ਦੀਆਂ ਦੋ ਸੰਧੀਆਂ ਹੁੰਦੀਆਂ ਨੇ। ਇਹਨਾਂ ਸੰਧੀਆਂ ਦੇ ਅਨੁਸਾਰ ਜਿਹੜਾ ਕਹਿ ਸਕਦੇ ਹਾਂ ਪੰਜਾਬ ਦੇ ਕੁਛ ਇਲਾਕਿਆਂ ਦੇ ਉੱਪਰ ਜਿਹੜੀਆਂ ਰੋਕਾਂ ਲੱਗ ਜਾਂਦੇ ਨੇ ਜਿਹਦੇ ਵਿੱਚ ਸਿਰਫ ਬ੍ਰਿਟਿਸ਼ ਜਾਂ ਅੰਗਰੇਜ਼ ਅਧਿਕਾਰੀ ਹੀ ਜਾਂ ਅੰਗਰੇਜ਼ ਸੈਨਾ ਹੀ ਜਾ ਸਕਦੀ ਸੀ। ਬਟ ਪੰਜਾਬ ਦੇ ਵੱਲੋਂ ਕੋਈ ਵੀ ਸੈਨਿਕ ਉਸ ਦੇ ਵਿੱਚ ਨਹੀਂ ਜਾ ਸਕਦਾ ਸੀ। ਸਿੱਖ ਜਿਹੜੇ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਸੀ ਯਾਨੀ ਕਿ ਕੁਛ ਹੱਦਾਂ ਜਿਹੜੀਆਂ ਉਹ ਬੰਨ੍ਹ ਦਿੱਤੀਆਂ ਸੀਗੀਆਂ ਜਿਹਦੇ ਕਾਰਨ ਕਰਕੇ ਪੰਜਾਬ ਦਾ ਜਿਹੜਾ ਖੇਤਰ ਹੈ ਉਹ ਘਟ ਗਿਆ ਸੀਗਾ ਜਿਹਦੇ ਕਾਰਨ ਕਰਕੇ ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਹੋਈਆਂ ਸੀ ਅਤੇ ਇਹਨਾਂ ਭੈਰੋਵਾਲ ਅਤੇ ਲਾਹੌਰ ਦੀਆਂ ਸੰਧੀਆਂ ਤੋਂ ਪੰਜਾਬੀ ਸੀਗੇ ਜਿਹੜੇ ਉਹ ਅਸੰਤੁਸ਼ਟ ਸੀਗੇ, ਖੁਸ਼ ਨਹੀਂ ਸੀ। ਇਸ ਕਰਕੇ ਉਹ ਇਸ ਨੂੰ ਖਤਮ ਕਰਨਾ ਚਾਹੁੰਦੇ ਸੀਗੇ। ਓਕੇ, ਸੋ ਨੈਕਸਟ ਹੈ ਤੀਸਰਾ ਕਾਰਨ ਸਿੱਖ ਸੈਨਿਕਾਂ ਦੇ ਵਿੱਚ ਸੰਤੋਸ਼। ਸੋ ਸਿੱਖਾਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਅਸੰਤੋਸ਼ ਸੀਗਾ ਕਿਉਂਕਿ ਲਾਹੌਰ ਦੀ ਸੰਧੀ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਖਾਲਸਾ ਫੌਜ ਦੀ ਜਿਹੜੀ ਗਿਣਤੀ ਉਹ ਘਟਾ ਦਿੱਤੀ ਸੀ ਜਿਹਦੇ ਵਿੱਚ ਗਿਣਤੀ ਸੀਗੀ ਜਿਹੜੀ ਉਹ 20,000 ਪੈਦਲ ਸੈਨਿਕ ਸੀਗੇ ਅਤੇ 12,000 ਘੋੜਸਵਾਰ ਸੈਨਿਕ ਜਿਹੜੇ ਉਹ ਨਿਸ਼ਚਿਤ ਕਰ ਦਿੱਤੇ ਗਏ ਸੀ। ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਹੈਗੇ ਅੱਗੇ ਅੰਗਰੇਜ਼ਾਂ ਨੂੰ ਜਿਹੜਾ ਹੈ ਉੱਚ ਅਹੁਦਿਆਂ ਦੇ ਉੱਪਰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀਆਂ ਨੂੰ ਘੱਟ। ਸੋ ਇਹਦੇ ਕਾਰਨ ਕਰਕੇ ਸਿੱਖ ਸੈਨਾ ਦੇ ਵਿੱਚ ਜਿਹੜਾ ਅਸੰਤੋਖ ਜਿਹੜਾ ਉਹ ਫੈਲ ਗਿਆ ਸੀ। ਇਸ ਕਾਰਨ ਕਰਕੇ ਜਿਹੜੇ ਲੋਕ ਸੀਗੇ ਜਿਹੜੇ ਸਿੱਖ ਸੀਗੇ ਉਹ ਵਿਰੋਧ ਕਰਦੇ ਸੀਗੇ ਇਸ ਦਾ। ਸੋ ਇਸ ਕਾਰਨ ਕਰਕੇ ਦੂਸਰਾ ਐਂਗਲੋ ਸਿੱਖ ਯੁੱਧ ਸ਼ੁਰੂ ਹੁੰਦਾ ਹੈ। ਚੌਥਾ ਕਾਰਨ ਸੀ ਅੰਗਰੇਜ਼ਾਂ ਦੀ ਸੁਧਾਰ ਨੀਤੀ। ਸੌਰੀ ਬਾਈ ਮਿਸਟੇਕ ਧਾਰ ਲਿਖ ਕੇ ਸੁਧਾਰ ਨੀਤੀ ਹੈ, ਠੀਕ ਹੈ। ਸੋ ਧਿਆਨ ਰੱਖਣਾ ਇਸ ਵਿੱਚ ਕਿ ਸੁਧਾਰ ਨੀਤੀ ਜਿਹੜੀ ਹੈ ਉਹ ਕਿਹੜੀ ਰਹਿੰਦੀ ਹੈ।
ਸੋ ਕੀ ਸੀਗਾ ਕਿ ਪੈਰੋਵਾਲ ਦੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਹੈਨਰੀ ਲਾਰੈਂਸ ਨੂੰ ਦਰਬਾਰ ਦੇ ਵਿੱਚ ਆਪਣਾ ਰੈਜ਼ੀਡੈਂਟ ਜਿਹੜਾ ਹੈ ਉਹ ਨਿਯੁਕਤ ਕੀਤਾ ਸੀ। ਸੋ ਇਸ ਨੇ ਕੀ ਕੀਤਾ, ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਹੈ ਨਾ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕਹਿ ਸਕਦੇ ਹਾਂ ਸੁਧਾਰ ਕਰਨੇ ਸ਼ੁਰੂ ਕੀਤੇ, ਜਿਵੇਂ ਸਤੀ ਪ੍ਰਥਾ ਦੇ ਉੱਪਰ ਜਿਹੜਾ ਇਹਨਾਂ ਨੇ ਹੈ ਨਾ ਰੋਕ ਲਗਾਈ, ਜੰਮਦੀਆਂ ਕੁੜੀਆਂ ਨੂੰ ਜਿਹੜਾ ਮਾਰਨ ਦੇ ਰਿਵਾਜ ਸੀ ਉਸ ਨੂੰ ਖਤਮ ਕਰ ਦਿੱਤਾ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕਹਿ ਸਕਦੇ ਜਿਵੇਂ ਜ਼ਿਮੀਂਦਾਰ ਪ੍ਰਥਾ ਹੋ ਗਈ, ਇਹਨੂੰ ਖਤਮ ਕਰ ਦਿੱਤਾ ਸੀ ਅਤੇ ਸਮਾਜ ਸੁਧਾਰ ਦੇ ਲਈ ਬਹੁਤ ਚੰਗੇ ਜਿਹੜੇ ਕੰਮ ਕੀਤੇ ਸੀ। ਸੋ ਇਹ ਜਿਹੜੀਆਂ ਨੀਤੀਆਂ ਸੀਗੀਆਂ ਜਿਹਦੇ ਕਾਰਨ ਕਰਕੇ ਅੰਗਰੇਜ਼ ਜਿਹੜੇ ਆ ਉਹ ਫੇਮਸ ਹੋ ਰਹੇ ਸੀ, ਬਟ ਸਿੱਖ ਜਿਹੜੇ ਸੀ ਉਹ ਕਮਜ਼ੋਰ ਪੈ ਰਹੇ ਸੀ ਇਸ ਨੂੰ। ਇਸ ਲਈ ਜਿਹੜਾ ਹੈ ਸਿੱਖਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਐਂਗਲੋ ਸਿੱਖ ਯੁੱਧ ਦਾ ਕਾਰਨ ਬਣ ਜਾਂਦਾ ਹੈ। ਨੈਕਸਟ ਹੈ ਪੰਜਵਾਂ, ਅੰਗਰੇਜ਼ਾਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ। ਇਹ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ ਲਾਹੌਰ ਦਰਬਾਰ ਦੇ ਵਿੱਚ ਮੁੱਖ ਜਿਹੜੇ ਅਧਿਕਾਰੀ ਨਿਯੁਕਤ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਉੱਚ ਅਹੁਦਿਆਂ ਦੇ ਉੱਪਰ ਰੱਖਿਆ ਜਾਂਦਾ ਸੀ, ਬਟ ਸਿੱਖ ਸੈਨਿਕਾਂ ਦੇ ਨਾਲ ਜਾਂ ਸਿੱਖਾਂ ਨਾਲ ਜਿਹੜਾ ਇਸ ਪ੍ਰਤੀ ਵਿਤਕਰਾ ਕੀਤਾ ਜਾਂਦਾ ਸੀ, ਉਹਨਾਂ ਨੂੰ ਨੀਵੇਂ ਅਹੁਦਿਆਂ ਦੇ ਉੱਪਰ ਰੱਖਿਆ ਜਾਂਦਾ ਸੀ। ਸੋ ਇਸ ਕਰਕੇ ਵੀ ਜਿਹੜਾ ਸਿੱਖ ਉਹ ਇਸ ਦਾ ਵਿਰੋਧ ਕਰਦੇ ਸੀਗੇ। ਸੋ ਨੈਕਸਟ ਹੈ ਅੰਗਰੇਜ਼ੀ ਸੈਨਾ ਦੀਆਂ ਭੜਕਾਊ ਕਾਰਵਾਈਆਂ। ਸੋ ਅੰਗਰੇਜ਼ਾਂ ਨੇ ਕਾਫੀ ਸਾਰੀਆਂ ਜਿਹੜੀਆਂ ਕਹਿ ਸਕਦੇ ਹਨ ਭੜਕਾਊ ਕਾਰਵਾਈਆਂ ਕੀਤੀਆਂ, ਜਿਹਦੇ ਲਈ ਕਹਿ ਸਕਦੇ ਹਾਂ ਰਿਸਪੋਂਸੀਬਲ ਸੀਗਾ ਦੂਸਰਾ ਐਂਗਲੋ ਸਿੱਖ ਯੁੱਧ। ਸੋ ਇਹਦੇ ਲਈ ਕੁਛ ਪ੍ਰਮੁੱਖ ਇਹ ਸੀਗਾ ਕਿ ਜਿਹੜਾ ਹਰਿਮੰਦਰ ਸਾਹਿਬ ਸੀਗਾ ਹੈ ਨਾ, ਸੋ ਉਹਨਾਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਅੰਗਰੇਜ਼ ਆ ਉਹ ਜੁੱਤੀ ਪਾ ਕੇ ਚਲੇ ਜਾਂਦੇ ਸੀਗੇ। ਸੋ ਇਹਦੇ ਕਾਰਨ ਕਰਕੇ ਜਿਹੜਾ ਉਹ ਅੰਗਰੇਜ਼ਾਂ ਨੇ ਜਿਹਨੇ ਇਸ ਐਕਟੀਵਿਟੀਆਂ ਦਾ ਜਿਹੜਾ ਕਹਿ ਸਕਦੇ ਹਾਂ ਸਿੱਖਾਂ ਨੇ ਵਿਰੋਧ ਕੀਤਾ ਅਤੇ ਇਹ ਵੀ ਇੱਕ ਕਾਰਨ ਬਣਦਾ ਸੀ ਜਿਹਦੇ ਕਾਰਨ ਕਰਕੇ ਦੂਸਰਾ ਐਂਗਲੋ ਸਿੱਖ ਯੁੱਧ ਹੋਣਾ ਸੁਭਾਵਿਕ ਸੀ। ਸੱਤਵਾਂ ਸੀ ਮਹਾਰਾਣੀ ਜਿੰਦਾਂ ਦੇ ਨਾਲ ਸਖਤ ਸਲੂਕ ਜਾਂ ਮਾੜਾ ਸਲੂਕ ਜਿਹੜਾ ਹੈ ਉਹ ਕੀਤਾ ਗਿਆ ਸੀਗਾ। ਸੋ ਇਹਨਾਂ ਦੇ ਨਾਲ ਕਹਿ ਸਕਦੇ ਹਾਂ ਕਾਫੀ ਹਰਾਸਮੈਂਟ ਜਿਹੜੀ ਉਹ ਕੀਤੀ ਗਈ ਸੀਗੀ, ਉਹਨਾਂ ਦਾ ਅਪਮਾਨ ਕੀਤਾ ਗਿਆ ਸੀਗਾ। ਉਹਨਾਂ ਨੂੰ ਕਹਿ ਸਕਦੇ ਹੈਗੇ ਆਂਗੇ ਕਿ ਸ਼ੇਖੂਪੁਰੇ ਦੇ ਕਿਲ੍ਹੇ ਦੇ ਵਿੱਚ ਜੋ ਮਹਾਰਾਣੀ ਜਿੰਦਾ ਸੀਗੀ ਉਸ ਨੂੰ ਨਜ਼ਰਬੰਦ ਕੀਤਾ ਗਿਆ ਅਤੇ 1848 ਦੇ ਵਿੱਚ ਉਸ ਨੂੰ ਜਿਹੜਾ ਹੈ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਸੀਗਾ। ਸੋ ਇਸ ਕਾਰਨ ਕਰਕੇ ਜਿਹੜਾ ਹੈ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ, ਕਿਉਂਕਿ ਸਿੱਖਾਂ ਦਾ ਜਿਹੜਾ ਪੰਜਾਬ ਦੇ ਉੱਪਰ ਪੂਰਾ ਜਿਹੜਾ ਉਸ ਸਮੇਂ ਰਾਜ ਹੁੰਦਾ ਸੀ, ਉਸ ਚੀਜ਼ ਦਾ ਵੀ ਵਿਰੋਧ ਕਰਦੇ ਸੀਗੇ, ਕਿਉਂਕਿ ਮਹਾਰਾਣੀ ਜਿੰਦਾ ਸੀ ਜਿਹੜੀ ਉਹ ਇੱਕ ਸ਼ਾਸਕ ਦੇ ਰੂਪ ਦੇ ਵਿੱਚ ਸੀ, ਬਟ ਉਹਦਾ ਜਿਹੜਾ ਮਾੜਾ ਸਲੂਕ ਉਹ ਸਹਿਣ ਨਹੀਂ ਕਰ ਪਾਏ ਸੀ। ਨੈਕਸਟ ਹੈ ਅੱਠਵਾਂ, ਦੀਵਾਨ ਮੂਰ ਰਾਜ ਦਾ ਵਿਦਰੋਹ। ਦੀਵਾਨ ਮੂਰ ਰਾਜ ਦਾ ਵਿਦਰੋਹ, ਸੋ ਇਹ ਵੀ ਇੱਕ ਪ੍ਰਮੁੱਖ ਕਾਰਨ ਸੀਗਾ ਦੂਸਰੇ ਐਂਗਲੋ ਯੁੱਧ ਨੂੰ ਆਰੰਭ ਕਰਨ ਦਾ, ਜਿਹੜਾ ਕਹਿ ਸਕਦੇ ਹਾਂ ਮੁਲਤਾਨ ਦੇ ਵਿੱਚ ਦੀਵਾਨ ਮੂਰ ਰਾਜ ਦੇ ਵਿਰੋਧ ਦਾ ਵਿਸ਼ੇਸ਼ ਸਥਾਨ ਰਹਿੰਦਾ ਹੈ। ਸੋ ਇਸ ਕਾਰਨ ਕਰਕੇ ਹੀ ਜਿਹੜਾ ਕਹਿ ਸਕਦੇ ਹੈਗੇ ਆਂਗੇ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ ਹੈ। ਸੋ ਇਹਦੇ ਕਾਰਨ ਕਰਕੇ ਹੀ ਇਹ ਕਾਫੀ ਐਕਟਿਵ ਹੋ ਜਾਂਦਾ ਹੈ ਇਸ ਖੇਤਰ ਦੇ ਵਿੱਚ, ਠੀਕ ਹੈ। ਸੋ ਇਹ ਮੁੱਖ ਕਾਰਨ ਰਹਿੰਦਾ ਹੈਗਾ ਗਾ, ਕਿਉਂਕਿ ਇਸ ਨੇ ਵਿਦਰੋਹ ਕਰ ਦਿੱਤਾ ਸੀ ਔਰ ਮੁਲਤਾਨ ਜਿਹੜਾ ਹੈ ਉਹ ਸਿੱਖ ਰਾਜ ਦਾ ਇੱਕ ਪ੍ਰਮੁੱਖ ਸੂਬਾ ਉਸ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀ। ਨੌਵਾਂ ਹੈ ਚਤਰ ਸਿੰਘ ਦਾ ਵਿਦਰੋਹ। ਸੋ ਚਤਰ ਸਿੰਘ ਨੇ ਵੀ ਜਿਹੜਾ ਕਹਿ ਸਕਦੇ ਹੈ ਨਾ ਵਿਦਰੋਹ ਕੀਤਾ ਸੀਗਾ ਔਰ ਇਸ ਤੋਂ ਇਲਾਵਾ ਸਰਦਾਰ ਚਤਰ ਸਿੰਘ ਸੀ ਜਿਹੜਾ ਉਹ ਅਟਾਰੀਆ ਵਾਲਾ ਹਜ਼ਾਰਾਂ ਦਾ ਨਾਜ਼ਮ ਸੀਗਾ। ਸੋ ਇਸ ਕਰਕੇ ਉਸਨੇ ਜਿਹੜਾ ਵਿਦਰੋਹ ਕੀਤਾ ਸੀਗਾ ਅੰਗਰੇਜ਼ਾਂ ਦੇ ਵਿਰੁੱਧ, ਸੋ ਵੀ ਇੱਕ ਰਿਸਪੋਂਸੀਬਲ ਕਾਰਨ ਰਿਹਾ ਸੀਗਾ। ਦੀਵਾਨ ਮੂਰ ਰਾਜ ਦਾ ਵਿਦਰੋਹ ਜਿਹੜਾ ਹੈ ਉਹ ਮੁਲਤਾਨ ਦੇ ਵਿੱਚ ਸੀ, ਚਤਰ ਸਿੰਘ ਦਾ ਜਿਹੜਾ ਹੈ ਉਹ ਹਜ਼ਾਰਾਂ ਦੇ ਵਿੱਚ ਸੀਗਾ ਅਤੇ 10ਵਾਂ ਜਿਹੜਾ ਵਿਦਰੋਹ ਸੀਗਾ ਉਹ ਸ਼ੇਰ ਸਿੰਘ ਦਾ ਸੀਗਾ। ਸੋ ਸ਼ੇਰ ਸਿੰਘ ਸੀਗਾ ਜਿਹੜਾ ਉਹ ਸਰਦਾਰ ਚਤਰ ਸਿੰਘ ਦਾ ਪੁੱਤਰ ਸੀਗਾ। ਉਸਨੇ ਉਹ ਰੈਜ਼ੀਡੈਂਟ ਦੀ ਕਾਉਂਸਲ ਆਫ ਰੈਜ਼ੀਡੈਂਸ ਦਾ ਜਿਹੜਾ ਮੈਂਬਰ ਸੀਗਾ, ਸੋ ਉਸ ਨੇ ਵੀ ਜਿਹੜਾ ਹੈ ਨਾ ਵਿਦਰੋਹ ਕਰ ਦਿੱਤਾ ਸੀਗਾ। ਸੋ ਇਸ ਕਾਰਨ ਕਰਕੇ ਵੀ ਇਹ ਇੱਕ ਕਨਸੈਪਟ ਬਣ ਗਿਆ ਸੀਗਾ ਕਿ ਸੁਭਾਵਿਕ ਹੈ ਕਿ ਦੂਸਰਾ ਐਂਗਲੋ ਸਿੱਖ ਯੁੱਧ ਹੋਵੇਗਾ। ਇਸ ਤੋਂ ਇਲਾਵਾ ਲਾਸਟ ਕਾਰਨ ਸੀਗਾ ਲਾਰਡ ਡਲਹੌਜੀ ਦੀ ਨੀਤੀ। ਜਨਵਰੀ 1848 ਦੇ ਵਿੱਚ ਲਾਰਡ ਡਲਹੌਜੀ ਜਿਹੜਾ ਉਹ ਭਾਰਤ ਦਾ ਨਵਾਂ ਗਵਰਨਰ ਜਨਰਲ ਚੁਣਿਆ ਜਾਂਦਾ ਹੈ ਔਰ ਉਸ ਦਾ ਕਹਿ ਸਕਦੇ ਜਿਹੜੀ ਨੀਤੀ ਰਹੀ ਆ ਉਹ ਸਮਰਾਜਵਾਦੀ ਰਹੀ ਹੈ, ਯਾਨੀ ਕਿ ਸਮਰਾਜਵਾਦ ਨੂੰ ਫੈਲਾਉਣ ਦੇ ਵਿੱਚ ਹੈ, ਜ਼ਿਆਦਾ ਸਮਰਾਜ ਜਿਹੜਾ ਵਿਕਸਿਤ ਕਰਨ ਦੇ ਵਿੱਚ ਸੀਗਾ। ਔਰ ਉਸਨੇ ਲੈਪਸ ਦੀ ਨੀਤੀ ਦੇ ਰਾਹੀਂ ਜਿਹੜਾ ਭਾਰਤ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ, ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਜਿਹੜਾ ਹੈ ਸ਼ਾਮਲ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ, ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਨੂੰ ਦੀਵਾਨ ਮੂਰ ਰਾਜ, ਚਤਰ ਸਿੰਘ, ਸ਼ੇਰ ਸਿੰਘ ਇਹਨਾਂ ਦੇ ਦੁਆਰਾ ਜਿਹੜੇ ਵਿਦਰੋਹ ਸ਼ੁਰੂ ਕੀਤੇ ਗਏ ਸੀ ਉਹਨਾਂ ਨੂੰ ਥੋੜ੍ਹਾ ਪ੍ਰਮੋਟ ਵੀ ਕੀਤਾ ਤਾਂ ਕਿ ਇੱਕ ਅੱਗ ਦੇ ਤਰ੍ਹਾਂ ਇਹਨੂੰ ਭੜਕਾਇਆ ਜਾ ਸਕੇ ਅਤੇ ਬਾਅਦ ਦੇ ਵਿੱਚ ਸਿੱਖਾਂ ਦੇ ਵਿਰੁੱਧ ਜਿਹੜਾ ਹੈ ਯੁੱਧ ਦੀ ਘੋਸ਼ਣਾ ਉਹ ਕੀਤੀ ਜਾ ਸਕੇ, ਠੀਕ ਹੈ। ਸੋ ਇਹ ਵੀ ਕਾਰਨ ਰਿਹਾ ਸੀ। ਸੋ ਇਹ ਲਾਰਡ ਡਲਹੌਜੀ ਦੀਆਂ ਨੀਤੀਆਂ ਵੀ ਸੀਗੀਆਂ ਜਿਹਦੇ ਕਾਰਨ ਕਰਕੇ ਜਿਹੜਾ ਦੂਸਰਾ ਐਂਗਲੋ ਸਿੱਖ ਯੁੱਧ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਸੀ। ਸੋ ਇਸ ਤੋਂ ਬਾਅਦ ਹੁੰਦੀ ਹੈ ਕਿ ਇੱਕ ਅਣਘੋਸ਼ਿਤ ਯੁੱਧ, ਘੋਸ਼ਿਤ ਨਹੀਂ ਕੀਤਾ ਜਾਂਦਾ, ਬਸ ਅਣਪਟਕੇ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ, ਦੂਸਰਾ ਯੁੱਧ ਉਹ ਸ਼ੁਰੂ ਹੋ ਜਾਂਦਾ ਹੈਗਾ ਗਾ। ਸੋ ਲਾਰਡ ਡਲਹੌਜੀ ਕੀ ਸੀਗਾ, ਉਹ ਵਿਦਰੋਹੀਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਆਦੇਸ਼ ਦਿੰਦਾ ਹੈ, ਬਟ ਸ਼ੁਰੂਆਤ ਦੇ ਵਿੱਚ ਉਹ ਇਸ ਚੀਜ਼ ਨੂੰ ਦੇਖਦਾ ਹੈ ਕਿ ਜਿਹੜੇ ਵਿਦਰੋਹ ਸ਼ੁਰੂ ਹੁੰਦੇ ਨੇਗੇ ਉਹਨਾਂ ਨੂੰ ਉਹ ਪ੍ਰਮੋਟ ਕਰਦਾ ਹੈ ਕਿ ਵਿਦਰੋਹ ਜਿਹੜੇ ਹੈ ਹੋਰ ਫੈਲ ਜਾਣ, ਇਹਨਾਂ ਦੇ ਵਿੱਚ ਹੋਰ ਅੱਗ ਭੜਕ ਜਾਵੇ, ਉਸ ਤੋਂ ਬਾਅਦ ਹੀ ਜਿਹੜਾ ਕਹਿ ਸਕਦੇ ਹਾਂ ਆਪਾਂ ਇਹਨਾਂ ਦੇ ਵਿਰੁੱਧ ਐਕਟੀਵਿਟੀ ਕਰ ਪਾਵਾਂਗੇ। ਬਟ ਲਾਰਡ ਡਲਹੌਜੀ ਜਿਹੜਾ ਹੈ ਜਦੋਂ ਇਹ ਵਿਦਰੋਹ ਪੂਰੇ ਮਤਲਬ ਸਿਖਰਾਂ 'ਤੇ ਪਹੁੰਚਣ ਲੱਗਦੇ ਨੇ ਉਸ ਸਮੇਂ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਜਿਹੜਾ ਆਦੇਸ਼ ਦਿੰਦਾ ਹੈ ਅਤੇ ਅੰਗਰੇਜ਼ ਕਮਾਂਡਰ ਇਨ ਚੀਫ ਲਾਰਡ ਹਿਊਕਫ 13 ਨਵੰਬਰ 1848 ਨੂੰ ਲਾਹੌਰ ਦੇ ਵਿੱਚ ਪੁੱਜਦਾ ਹੈ, ਜੋ ਕਿ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਪਹੁੰਚਦਾ ਹੈ ਅਤੇ 16 ਨਵੰਬਰ ਨੂੰ ਫੌਜ ਲੈ ਕੇ ਸ਼ੇਰ ਸਿੰਘ ਦਾ ਮੁਕਾਬਲਾ ਕਰਨ ਦੇ ਲਈ ਦਰਿਆ ਚਨਾਬ ਦੇ ਵੱਲ
ਚੱਲ ਪੈਂਦਾ ਹੈ ਅਤੇ ਉੱਥੇ ਜਿਹੜਾ ਕਹਿ ਸਕਦੇ ਹਨ ਇਸ ਦੀ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਆ। ਬਟ ਇੱਕ ਚੀਜ਼ ਧਿਆਨ ਦੇਣਾ ਕਿ ਅੰਗਰੇਜ਼ਾਂ ਦੇ ਵੱਲੋਂ ਜਿਹੜਾ ਹੈ ਯੁੱਧ ਦਾ ਕੋਈ ਐਲਾਨ ਨਹੀਂ ਕੀਤਾ ਜਾਂਦਾ। ਉਹਦਾ ਕਾਰਨ ਇਹ ਹੁੰਦਾ ਹੈ ਕਿ ਪੰਜਾਬ ਦੇ ਉੱਪਰ ਅੰਗਰੇਜ਼ਾਂ ਦਾ ਹੀ ਰਾਜ ਸੀ, ਤਾਂ ਉਹ ਪੰਜਾਬ ਦੇ ਵਿੱਚ ਹੀ ਕਿਸੇ ਤਰ੍ਹਾਂ ਦੀ ਗੜਬੜ ਜਿਹੜੀ ਉਹ ਨਹੀਂ ਕਰ ਸਕਦੇ ਸੀ। ਬਟ ਹੌਲੀ ਹੌਲੀ ਇਸ ਨੂੰ ਭੜਕਾਇਆ ਜ਼ਰੂਰ ਗਿਆ ਸੀ, ਜਾਣਬੁੱਝ ਕੇ ਇਹ ਪ੍ਰਕਿਰਿਆ ਜ਼ਰੂਰ ਕੀਤੀ ਗਈ ਸੀ ਕਿ ਜਿਹੜਾ ਹੈ ਘੋਸ਼ਣਾ ਨਾ ਕਰਕੇ ਪੰਜਾਬ ਨੂੰ ਧੋਖੇ ਨਾਲ ਹਰਾਇਆ ਜਾ ਸਕੇ। ਜੇਕਰ ਘੋਸ਼ਣਾ ਕਰ ਦਿੰਦੇ ਤਾਂ ਇਹਦਾ ਮਤਲਬ ਸੀਗਾ ਕਿ ਸਿੱਖ ਜਿਹੜੇ ਉਹ ਜ਼ਿਆਦਾ ਐਕਟਿਵ ਹੋ ਜਾਣੇ ਸੀ, ਸੰਗਠਿਤ ਹੋ ਜਾਣੇ ਸੀ। ਬਟ ਉਹ ਘੋਸ਼ਣਾ ਨਹੀਂ ਕਰਦੇ, ਇੱਕ ਅਣੀ ਭਟੱਕੇ ਜਿਹੜੀ ਪ੍ਰਕਿਰਿਆ ਹੁੰਦੀ ਆ ਉਸ ਨੂੰ ਪ੍ਰਮੋਟ ਕਰਦੇ ਨੇ, ਜਿਹਦੇ ਨਾਲ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਯੁੱਧ ਸ਼ੁਰੂ ਹੋ ਗਿਆ ਸੀਗਾ। ਓਕੇ, ਸੋ ਇਸ ਦਾ ਹੈ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹੈ ਕਿ ਅੰਗਰੇਜ਼ਾਂ ਨੇ ਯੁੱਧ ਦਾ ਐਲਾਨ ਨਹੀਂ ਕੀਤਾ ਸੀ ਅਤੇ ਪੰਜਾਬ ਨੂੰ ਧੋਖੇ ਨਾਲ ਹਰਾਉਣ ਦੀ ਉਹਨਾਂ ਦੀ ਜਿਹੜੀ ਇਹ ਪ੍ਰਕਿਰਿਆ ਸੀ ਲਾਰਡ ਡਲਹੌਜੀ ਦੇ ਦੁਆਰਾ। ਸੋ ਨੈਕਸਟ ਹੈ ਯੁੱਧ ਦੀਆਂ ਘਟਨਾਵਾਂ। ਇਹ ਪ੍ਰਮੁੱਖ ਸੀ ਕਿ ਕਿਹੜੀਆਂ ਘਟਨਾਵਾਂ ਉਹਨਾਂ ਦੇ ਵਿੱਚ ਵਾਪਰੀਆਂ। ਸੋ ਸ਼ੁਰੂਆਤ ਹੁੰਦੀ ਹੈ ਦੂਸਰੇ ਐਂਗਲੋ ਸਿੱਖ ਯੁੱਧ ਦੀ ਰਾਮਨਗਰ ਦੀ ਲੜਾਈ ਤੋਂ। ਤਾਂ ਰਾਮਨਗਰ ਦੀ ਜਿਹੜੀ ਲੜਾਈ ਹੈ ਇਹ ਦੂਸਰੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਸੀ, ਜਿਹੜੀ ਕਿ 22 ਨਵੰਬਰ 1848 ਨੂੰ ਹੁੰਦੀ ਹੈਗੀ ਆ। ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿਚਕਾਰੇ ਹੁੰਦੀ ਹੈਗੀ ਆ ਔਰ ਇਸ ਲੜਾਈ ਦਾ ਜਿਹੜਾ ਸਥਾਨ ਰਹਿੰਦਾ ਹੈ ਉਹ ਰਾਮਨਗਰ ਦਾ ਸਥਾਨ ਹੁੰਦਾ ਹੈ। ਅੰਗਰੇਜ਼ੀ ਸੈਨਾ ਦੀ ਅਗਵਾਈ ਜਿਹੜੀ ਹੈ ਉਹ ਲਾਰਡ ਹਿਊ ਗੱਫ ਜਿਹੜਾ ਹੈ ਉਹ ਕਰਦਾ ਹੈਗਾ ਗਾ। ਸੋ ਗੱਫ ਵੀ ਇਸ ਦੇ ਨਾਲ ਆਊਗਾ, ਪਲੀਜ਼ ਧਿਆਨ ਰੱਖਣਾ, ਠੀਕ ਹੈ। ਸੋ ਬਾਈ ਮਿਸਟੇਕ ਮਿਸ ਹੋ ਗਿਆ। ਲਾਰਡ ਹਿਊ ਗੱਫ ਜਿਹੜਾ ਹੈ ਉਹ ਅੰਗਰੇਜ਼ਾਂ ਦੀ ਅਗਵਾਈ ਕਰਦਾ ਹੈ, ਅੰਗਰੇਜ਼ੀ ਸੈਨਾ ਦੀ। ਅਤੇ ਅੰਗਰੇਜ਼ੀ ਸੈਨਾ ਦੀ ਜਿਹੜੇ ਸੈਨਿਕ ਸੀ ਉਹਨਾਂ ਦੀ ਸੰਖਿਆ 20,000 ਸੈਨਿਕ ਅਤੇ 100 ਤੋਪਾਂ ਜਿਹੜੀਆਂ ਉਹਨਾਂ ਦੇ ਅਧੀਨ ਸੀਗੀਆਂ। ਓਕੇ, ਔਰ ਸਿੱਖ ਸੈਨਿਕਾਂ ਦੀ ਜਿਹੜੀ ਅਗਵਾਈ ਸੀ ਉਹ ਸ਼ੇਰ ਸਿੰਘ ਕਰ ਰਿਹਾ ਸੀਗਾ ਅਤੇ ਇਹਨਾਂ ਦੇ ਵਿੱਚ ਸੈਨਿਕਾਂ ਦੀ ਜਿਹੜੀ ਸੰਖਿਆ ਸੀ ਉਹ 15,000 ਦੇ ਕਰੀਬ ਸੀਗੀ। ਬਟ ਇਸ 15,000 ਦੇ ਬਾਵਜੂਦ ਵੀ ਜਿਹੜਾ ਹੈ ਸਿੱਖਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬੜੀ ਸਖਤ ਕਾਰਵਾਈ ਕੀਤੀ, ਜਿਹਦੇ ਵਿੱਚ ਅੰਗਰੇਜ਼ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਹਾਰ ਜਾਂਦੇ ਹੈਗੇ ਨੇਗੇ, ਠੀਕ ਹੈ। ਔਰ ਇਸ ਜਿੱਤ ਦੇ ਕਾਰਨ ਜਾਣੀ ਕਿ ਇਸ ਲੜਾਈ ਦੇ ਵਿੱਚ ਅੰਗਰੇਜ਼ ਜਿਹੜਾ ਬੜੀ ਭਿਆਨਕ ਤਰੀਕੇ ਦੇ ਨਾਲ ਹਾਰਦੇ ਨੇ, ਜਿਹਦੇ ਵਿੱਚ ਦੋ ਪ੍ਰਸਿੱਧ ਸੈਨਾਪਤੀ ਜਨਰਲ ਹੈਵਲਾਕ ਅਤੇ ਜਨਰਲ ਕਿਊਰਟਨ ਜਿਹੜੇ ਆ ਉਹ ਜੰਗ ਦੇ ਮੈਦਾਨ ਦੇ ਵਿੱਚ ਹੀ ਮਾਰੇ ਜਾਂਦੇ ਹੈਗੇ ਨੇਗੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਰਾਮਨਗਰ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਹੈ ਉਹ ਹਾਰ ਹੋ ਜਾਂਦੀ ਹੈਗੀ ਆ। ਦੂਸਰੀ ਲੜਾਈ ਹੁੰਦੀ ਹੈ ਇਸ ਦੇ ਵਿੱਚ ਚਿਲਿਆਂਵਾਲਾਂ ਦੀ ਲੜਾਈ। ਸੋ ਚਿਲਿਆਂਵਾਲ ਦੀ ਲੜਾਈ ਜਿਹੜੀ ਹੈ ਉਹ 13 ਜਨਵਰੀ 1849 ਨੂੰ ਹੁੰਦੀ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ। ਸੋ ਹਿਊ ਗੱਫ ਦਾ ਇਹ ਵਿਚਾਰ ਸੀਗਾ ਕਿ ਉਸ ਕੋਲ ਸ਼ੇਰ ਸਿੰਘ ਦਾ ਮੁਕਾਬਲਾ ਕਰਨ ਦੇ ਲਈ ਸ਼ਕਤੀਸ਼ਾਲੀ ਫੌਜ ਨਹੀਂ ਹੈਗੀ। ਸੋ ਇਸ ਕਰਕੇ ਉਹ ਵੇਟ ਕਰ ਰਿਹਾ ਸੀ ਕਿ ਹੁਣ ਹੋਰ ਸੈਨਾ ਆ ਜਾਵੇ, ਉਸ ਤੋਂ ਬਾਅਦ ਹੀ ਉਹ ਮੁਕਾਬਲਾ ਕਰੇਗਾ। ਬਟ ਜਦੋਂ ਗੱਫ ਨੂੰ ਇਹ ਖਬਰ ਮਿਲਦੀ ਹੈ ਕਿ ਸਰਦਾਰ ਚਤਰ ਸਿੰਘ ਆਪਣੇ ਸੈਨਿਕਾਂ ਦੇ ਸਮੇਤ ਸ਼ੇਰ ਸਿੰਘ ਦੀ ਸਹਾਇਤਾ ਦੇ ਲਈ ਪਹੁੰਚ ਰਿਹਾ ਹੈ, ਤਾਂ ਉਹ 13 ਜਨਵਰੀ ਨੂੰ ਸ਼ੇਰ ਸਿੰਘ ਦੇ ਸੈਨਿਕਾਂ ਦੇ ਉੱਪਰ ਹਮਲਾ ਕਰ ਦਿੰਦਾ ਹੈ, ਕਿਉਂਕਿ ਇਹਨੇ ਸੀ ਕਿ ਜੇਕਰ ਸਰਦਾਰ ਚਤਰ ਸਿੰਘ ਵੀ ਉਸ ਦੇ ਨਾਲ ਮਿਲ ਗਿਆ ਤਾਂ ਉਸ ਦੀ ਜਿਹੜੀ ਸਥਿਤੀ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਵੇਗੀ। ਬਟ ਇਸ ਲੜਾਈ ਦੇ ਵਿੱਚ ਸ਼ੇਰ ਸਿੰਘ ਦੇ ਸੈਨਿਕਾਂ ਨੇ ਅੰਗਰੇਜ਼ਾਂ ਦੇ ਵਿੱਚ ਬਹੁਤ ਭਾਰੀ ਜਿਹੜੀ ਕਹਿ ਸਕਦੇ ਹਾਂ ਤਬਾਹੀ ਮਚਾਈ। ਸੋ ਇਹ ਜਿਹੜੀ ਰਾਮਨਗਰ ਦੀ ਲੜਾਈ ਦੇ ਨਾਲੋਂ ਵੀ ਜ਼ਿਆਦਾ ਭਿਆਨਕ ਨਿਕਲਦੀ ਹੈਗੀ ਆ। ਸੋ ਇਸ ਦੇ ਵਿੱਚ ਅੰਗਰੇਜ਼ਾਂ ਦੇ 695 ਸੈਨਿਕ ਮਾਰੇ ਜਾਂਦੇ ਨੇ, 132 ਅਫਸਰ ਅਤੇ ਇਸ ਲੜਾਈ ਦੇ ਵਿੱਚ ਮਾਰੇ ਜਾਂਦੇ ਹੈਗੇ ਨੇਗੇ ਅਤੇ 651 ਹੋਰ ਸੈਨਿਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਹੈਗੇ ਨੇ, ਜਾਣੀ ਕਿ ਬਹੁਤ ਵੱਡੀ ਪੱਧਰ ਦੇ ਉੱਪਰ ਅੰਗਰੇਜ਼ਾਂ ਦਾ ਇਸ ਲੜਾਈ ਦੇ ਵਿੱਚ ਨੁਕਸਾਨ ਹੁੰਦਾ ਹੈ। ਸੋ ਇਸ ਲੜਾਈ ਦੇ ਵਿੱਚ ਵੀ ਜਿਹੜਾ ਸਿੱਖ ਉਹ ਜੇਤੂ ਰਹਿੰਦੇ ਹੈਗੇ ਨੇ ਅਤੇ ਅੰਗਰੇਜ਼ ਬੁਰੀ ਤਰ੍ਹਾਂ ਜਿਹੜਾ ਇਸ ਲੜਾਈ ਦੇ ਵਿੱਚ ਹਾਰ ਜਾਂਦੇ ਹੈਗੇ ਨੇ। ਸੋ ਇਸ ਲੜਾਈ ਦਾ ਜਿਹੜਾ ਕਹਿ ਸਕਦੇ ਹਾਂ ਹਾਰ ਦਾ ਜਿਹੜਾ ਹੈ ਇੰਗਲੈਂਡ ਦੇ ਵਿੱਚ ਵੀ ਹਾਹਾਕਾਰ ਮਚ ਜਾਂਦਾ ਹੈ ਕਿ ਅੰਗਰੇਜ਼ ਜਿਹੜੇ ਨੇ ਉਹ ਸਿੱਖਾਂ ਦੇ ਹੱਥੋਂ ਵਿਨਾਸ਼ਕਾਰੀ ਹਾਰ ਗਏ ਹੈਗੇ ਨੇ। ਸੋ ਇਸ ਕਾਰਨ ਕਰਕੇ ਜਿਹੜਾ ਲਾਰਡ ਹਿਊ ਗੱਫ ਸੀਗਾ ਸੋ ਉਸ ਨੂੰ ਚੇਂਜ ਕਰਕੇ ਉਸ ਦੀ ਜਗ੍ਹਾ ਦੇ ਉੱਪਰ ਚਾਰਲਸ ਨੇਪੀਅਰ ਨੂੰ ਮੁੱਖ ਸੈਨਾਪਤੀ ਨਿਯੁਕਤ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਇੰਗਲੈਂਡ ਦੇ ਵੱਲੋਂ, ਕਿਉਂਕਿ ਇਸ ਦੇ ਨਾਲ ਇੰਗਲੈਂਡ ਦੀ ਬਹੁਤ ਵੱਡੀ ਬੇਇੱਜ਼ਤੀ ਜਿਹੜੀ ਹੋ ਜਾਂਦੀ ਹੈ, ਕਿਉਂਕਿ ਸਿੱਖਾਂ ਦੇ ਦੁਆਰਾ ਜਦੋਂ ਇਹ ਹਾਰ ਜਾਂਦੇ ਹੈਗੇ ਨੇ। ਨੈਕਸਟ ਹੈ ਤੀਸਰੀ ਲੜਾਈ, ਮੁਲਤਾਨ ਦੀ ਲੜਾਈ। ਤਾਂ ਮੁਲਤਾਨ ਦੀ ਲੜਾਈ ਜਿਹੜੀ ਹੈ ਉਹ ਮੁਲਤਾਨ ਵਿਖੇ ਦੀਵਾਨ ਮੂਲ ਰਾਜ ਨੇ ਅਪ੍ਰੈਲ 1848 ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਜਦੋਂ ਵਿਦਰੋਹ ਸ਼ੁਰੂ ਕਰ ਦਿੱਤਾ ਸੀ, ਉਸ ਸਮੇਂ ਤੋਂ ਸ਼ੁਰੂਆਤ ਹੁੰਦੀ ਹੈ। ਤਾਂ ਸ਼ੇਰ ਸਿੰਘ ਮੁਲਤਾਨ ਦੇ ਦੀਵਾਨ ਮੂਲ ਰਾਜ ਦੇ ਨਾਲ ਆ ਕੇ ਮਿਲ ਜਾਂਦਾ ਹੈ ਅਤੇ ਅੰਗਰੇਜ਼ਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਜਿਹੜਾ ਫੈਸਲਾ ਕਰਦਾ ਹੈ, ਤਾਂ ਕਿ ਅੰਗਰੇਜ਼ਾਂ ਨੂੰ ਜਿਹੜਾ ਹੈ ਨਾ ਖਤਮ ਕੀਤਾ ਜਾ ਸਕੇ, ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਅੰਗਰੇਜ਼ਾਂ ਅਤੇ ਮੂਲ ਰਾਜ ਦੇ ਸੈਨਿਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਝੜਪਾਂ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਨੇ, ਬਟ ਅੰਗਰੇਜ਼ਾਂ ਨੂੰ ਕੋਈ ਵੀ ਜਿੱਤ ਜਿਹੜੀ ਹੈ ਇਹਨਾਂ ਲੜਾਈਆਂ ਦੇ ਵਿੱਚੋਂ ਨਹੀਂ ਮਿਲਦੀ ਹੈਗੀ ਅਤੇ ਅਖੀਰ ਦੇ ਵਿੱਚ ਜਿਹੜੇ ਅੰਗਰੇਜ਼ ਨੇ ਉਹ ਇੱਕ ਚਾਲ ਚੱਲਦੇ ਹੈਗੇ ਨੇ, ਇੱਕ ਪਲੈਨਿੰਗ ਚੱਲਦੇ ਨੇ। ਸੋ ਇਸ ਦੇ ਅਧੀਨ ਉਹ ਇਹ ਕੀ ਕਰਦੇ ਹੈਗੇ ਨੇ ਕਿ ਇੱਕ ਜਾਲੀ ਟਾਈਪ ਦੀਆਂ ਜਿਹੜੀਆਂ ਚਿੱਠੀਆਂ ਨੇ ਉਹ ਲਿਖਦੇ ਹੈਗੇ ਨੇ ਅਤੇ ਇਸ ਕਾਰਨ ਕਰਕੇ ਮੂਲ ਰਾਜ ਅਤੇ ਸ਼ੇਰ ਸਿੰਘ ਦੇ ਵਿਚਕਾਰ ਇੱਕ ਗਲਤਫਹਿਮੀ ਪੈਦਾ ਕਰ ਦਿੰਦੇ ਨੇ ਕਿ ਉਹ ਇੱਕ ਦੂਸਰੇ ਦੇ ਵਿਰੁੱਧ ਨੇ ਜਾਂ ਉਹ ਅੰਗਰੇਜ਼ਾਂ ਨਾਲ ਮਿਲੇ ਹੋਏ ਨੇ। ਜੋ ਵੀ ਹੈ ਨਾ ਉਹਨਾਂ ਦੀ ਗਲਤਫਹਿਮੀ ਸੀ ਉਸ ਨੂੰ ਪੇਸ਼ ਕਰਦੇ ਨੇ, ਜਿਹਦੇ ਨਾਲ ਦੋਨਾਂ ਦੇ ਵਿੱਚ ਮਤਭੇਦ ਪੈਦਾ ਹੋ ਜਾਂਦੇ ਨੇ ਅਤੇ ਸ਼ੇਰ ਸਿੰਘ ਜਿਹੜਾ ਸੀ ਉਹ ਮੂਲ ਰਾਜ ਦਾ ਸਾਥ ਛੱਡ ਦਿੰਦਾ ਹੈ, ਯਾਨੀ ਕਿ ਮੂਲ ਰਾਜ ਜਿਹੜਾ ਹੈ ਉਹ ਇਕੱਲਾ ਰਹਿ ਜਾਂਦਾ ਹੈ। ਫਿਰ ਆਖਿਰ ਦੇ ਵਿੱਚ ਦਸੰਬਰ 1848 ਦੇ ਵਿੱਚ ਜਨਰਲ ਵਿਸ਼ ਨੇ ਮੂਲ ਰਾਜ ਦੇ ਕਿਲੇ ਨੂੰ ਜਿਹੜਾ ਹੈ ਉਹ ਘੇਰਾ ਪਾ ਲੈਂਦਾ ਹੈ ਚਾਰੋਂ ਤਰਫ ਤੋਂ
ਜਨਰਲ ਵਿਸ਼ ਜਿਹੜਾ ਹੁੰਦਾ ਹੈ। ਅਤੇ 30 ਦਸੰਬਰ ਵਾਲੇ ਦਿਨ ਅਚਾਨਕ ਅੰਗਰੇਜ਼ਾਂ ਦੇ ਵੱਲੋਂ ਇੱਕ ਗੋਲਾ ਜਿਹੜਾ ਹੈ ਉਹ ਸਿੱਟਿਆ ਜਾਂਦਾ ਹੈ ਅਤੇ ਉਹ ਕਿਲੇ ਦੇ ਅੰਦਰ ਪਏ ਬਰੂਦ ਦੇ ਉੱਪਰ ਡਿੱਗ ਜਾਂਦਾ ਹੈ, ਜਿਸ ਦੇ ਨਾਲ ਕਾਫੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਸੈਨਿਕ ਵੀ ਜਿਹੜੇ ਹੈ ਜਾਣੀ ਤਕਰੀਬਨ 500 ਦੇ ਕਰੀਬ ਸੈਨਿਕ ਜਿਹੜੇ ਆ ਉਹ ਮਾਰੇ ਜਾਂਦੇ ਨੇ। ਬਹੁਤ ਸਾਰਾ ਜਿਹੜਾ ਬਰੂਦ ਆ ਉਹ ਨਸ਼ਟ ਹੋ ਜਾਂਦਾ ਹੈ। ਬਹੁਤ ਸਾਰੇ ਸੈਨਿਕ ਜਿਹੜੇ ਆ ਜ਼ਖਮੀ ਹੋ ਜਾਂਦੇ ਹੈਗੇ ਨੇ। ਇਸੇ ਤਰੀਕੇ ਦੇ ਨਾਲ 22 ਜਨਵਰੀ 1849 ਨੂੰ ਮੂਡਰਾਜ ਨੇ ਅੰਗਰੇਜ਼ਾਂ ਅੱਗੇ ਹਥਿਆਰ ਜਿਹੜੇ ਉਹ ਸੁੱਟ ਦਿੱਤੇ ਅਤੇ ਮੁਲਤਾਨ ਦੇ ਕਿਲੇ ਨੂੰ ਅੰਗਰੇਜ਼ਾਂ ਦੇ ਹਵਾਲੇ ਜਿਹੜਾ ਹੈ ਉਹ ਕਰ ਦਿੰਦਾ ਹੈ, ਕਿਉਂਕਿ ਉਹਦੀ ਸਾਰੀ ਸਮੱਗਰੀ ਜਿਹੜੀ ਹੁੰਦੀ ਹੈ ਉਹ ਨਸ਼ਟ ਹੋ ਜਾਂਦੀ ਹੈ, ਸੈਨਿਕ ਮਾਰੇ ਜਾਂਦੇ ਨੇ, ਤਾਂ ਇਸ ਕਰਕੇ ਉਸਦੀ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਤਾਂ ਆਖਿਰ ਉਸ ਨੂੰ ਆਪਣੇ ਹਥਿਆਰ ਜਿਹੜੇ ਹੈ ਉਹ ਅੰਗਰੇਜ਼ਾਂ ਦੇ ਵਿਰੁੱਧ ਸੁੱਟਣੇ ਹੀ ਪੈਂਦੇ ਹੈਗੇ ਨੇ। ਓਕੇ, ਸੋ ਇਸ ਤਰੀਕੇ ਦੇ ਨਾਲ ਜਦੋਂ ਇਸ ਲੜਾਈ ਦੇ ਵਿੱਚ ਅੰਗਰੇਜ਼ ਜਿੱਤ ਜਾਂਦੇ ਨੇ ਤਾਂ ਉਹ ਫਿਰ ਤੋਂ ਐਕਟਿਵ ਹੋ ਜਾਂਦੇ ਨੇ ਕਿ ਸ਼ਾਇਦ ਉਹ ਦੁਬਾਰਾ ਤੋਂ ਅੰਗਰੇਜ਼ਾਂ ਨੂੰ ਸਿੱਖਾਂ ਨੂੰ ਜਿਹੜਾ ਹੈ ਜਿੱਤ ਲੈਣਗੇ। ਸੋ ਇਸ ਲਈ ਉਹ ਅੱਗੇ ਨਾਲੋਂ ਫਿਰ ਹੋਰ ਜ਼ਿਆਦਾ ਮੋਟੀਵੇਟ ਹੋ ਕੇ ਫਿਰ ਐਕਟਿਵ ਹੋ ਕੇ ਜਿਹੜਾ ਹੈ ਨਾ ਲੜਾਈ ਕਰਨ ਦੇ ਲਈ ਫਿਰ ਤੋਂ ਆਪਣਾ ਮੂਡ ਜਿਹੜਾ ਉਹ ਤਿਆਰ ਕਰ ਲੈਂਦੇ ਹੈਗੇ ਨੇ। ਨੈਕਸਟ ਹੈ ਲਾਸਟ ਲੜਾਈ, ਜਿਸ ਦੇ ਨਾਲ ਦੂਸਰੇ ਐਂਗਲੋ ਸਿੱਖ ਯੁੱਧ ਦਾ ਜਿਹੜਾ ਨਿਰਣਾਇਕ ਫੈਸਲਾ ਹੁੰਦਾ ਹੈ। ਸੋ ਇਹ ਲੜਾਈ ਜਿਹੜੀ ਹੁੰਦੀ ਹੈ ਗੁਜਰਾਤ ਦੀ ਚਤਰ ਸਿੰਘ ਦੇ ਸੈਨਿਕ ਸ਼ੇਰ ਸਿੰਘ ਦੇ ਸੈਨਿਕਾਂ ਦੇ ਨਾਲ ਆ ਕੇ ਮਿਲਦੇ ਹੈਗੇ ਨੇ। ਜਦੋਂ ਗੁਜਰਾਤ ਦੀ ਲੜਾਈ ਹੁੰਦੀ ਹੈ ਤਾਂ ਇਹ ਇੱਕ ਨਿਰਣਾਇਕ ਲੜਾਈ ਮੰਨੀ ਜਾਂਦੀ ਹੈ ਔਰ ਉਹਨਾਂ ਦੀ ਸਹਾਇਤਾ ਦੇ ਲਈ ਇਸ ਦੇ ਵਿੱਚ ਭਾਈ ਮਹਾਰਾਜ ਸਿੰਘ ਵੀ ਜਿਹੜਾ ਉਹ ਗੁਜਰਾਤ ਦੇ ਵਿੱਚ ਪਹੁੰਚ ਜਾਂਦਾ ਹੈ ਇਸ ਲੜਾਈ ਦੇ ਵਿੱਚ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਖਾਨ ਨੇ ਵੀ ਸਿੱਖਾਂ ਦੀ ਸਹਾਇਤਾ ਦੇ ਲਈ ਆਪਣੇ ਪੁੱਤਰ ਅਕਰਮ ਖਾਨ ਦੀ ਅਗਵਾਈ ਦੇ ਹੇਠ ਤਕਰੀਬਨ 3000 ਘੋੜਸਵਾਰ ਜਿਹੜੀ ਸੈਨਾ ਹੈ ਉਹ ਭੇਜਦਾ ਹੈ ਤਾਂ ਕਿ ਜਿਹੜਾ ਹੈ ਅੰਗਰੇਜ਼ਾਂ ਨੂੰ ਹਰਾਇਆ ਜਾ ਸਕੇ। ਸਿੱਖਾਂ ਦੀ ਜਿਹੜੀ ਸੰਖਿਆ ਹੋ ਜਾਂਦੀ ਹੈ ਕੁੱਲ ਉਹ 40,000 ਦੇ ਕਰੀਬ ਹੋ ਜਾਂਦੀ ਹੈਗੀ ਅਤੇ ਅੰਗਰੇਜ਼ੀ ਸੈਨਾ ਦੀ ਜਿਹੜੀ ਅਗਵਾਈ ਹੈ ਉਹ ਲਾਰਡ ਹਿਊ ਕਫ ਜਿਹੜਾ ਕਰਦਾ ਹੈ, ਜਿਸ ਦੇ ਕੋਲ ਤਕਰੀਬਨ 68,000 ਸੈਨਿਕ ਹੁੰਦੇ ਹੈਗੇ ਨੇਗੇ। ਓਕੇ, ਔਰ ਇਹ ਲੜਾਈ ਇਤਿਹਾਸ ਦੇ ਵਿੱਚ ਤੋਪਾਂ ਦੀ ਲੜਾਈ ਦੇ ਨਾਲ ਪ੍ਰਸਿੱਧ ਹੈ, ਕਿਉਂਕਿ ਅੰਗਰੇਜ਼ਾਂ ਅਤੇ ਸਿੱਖਾਂ ਕੋਲ ਦੋਨਾਂ ਕੋਲ ਜਿਹੜੀਆਂ ਤੋਪਾਂ ਹੁੰਦੀਆਂ ਨੇ ਅਤੇ ਇਹ ਹਮਲਾ ਜਿਹੜਾ ਹੈ ਤੋਪਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਸੋ ਇਸੇ ਆਧਾਰ ਦੇ ਉੱਪਰ ਇਸ ਨੂੰ ਤੋਪਾਂ ਦੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਓਕੇ, ਔਰ ਇਹ ਲੜਾਈ 21 ਫਰਵਰੀ 1849 ਨੂੰ ਸਵੇਰੇ 7:30 ਵਜੇ ਸ਼ੁਰੂ ਹੁੰਦੀ ਹੈਗੀ ਔਰ ਇਹ ਲੜਾਈ ਜਿਹੜੀ ਹੈਗੀ ਰਾਵਲਪਿੰਡੀ ਦੇ ਨੇੜੇ ਹੁੰਦੀ ਹੈਗੀ ਠੀਕ ਹੈ। ਰਾਵਲਪਿੰਡੀ ਦੇ ਨੇੜੇ ਜਨਰਲ ਗਿਲਬਰਟ ਦੇ ਵੀ ਜਾਣੀ ਕਿ ਕਹਿ ਸਕਦੇ ਹੈਗੇ ਉਸ ਸਥਾਨ ਦੇ ਵਿੱਚ ਹੁੰਦੀ ਹੈਗੀ ਓਕੇ, ਸੋ ਇਹਨਾਂ ਦੇ ਵਿੱਚ ਕੀ ਹੈ 3000 ਤੋਂ 5000 ਤੱਕ ਦੇ ਸੈਨਿਕ ਜਿਹੜੇ ਆ ਉਹ ਇਸ ਲੜਾਈ ਦੇ ਵਿੱਚ ਮਾਰੇ ਜਾਂਦੇ ਨੇ। ਸਿੱਖਾਂ ਦੀਆਂ 53 ਤੋਪਾਂ ਵੀ ਜਿਹੜੀਆਂ ਨੇ ਉਹ ਅੰਗਰੇਜ਼ਾਂ ਦੇ ਹੱਥ ਲੱਗ ਜਾਂਦੀਆਂ ਨੇ, ਜਾਣੀ ਕਿ ਸਿੱਖਾਂ ਦਾ ਇਸ ਦੇ ਵਿੱਚ ਕਾਫੀ ਭਾਰੀ ਨੁਕਸਾਨ ਹੁੰਦਾ ਹੈਗਾ। ਦੂਜੇ ਪਾਸੇ ਅੰਗਰੇਜ਼ਾਂ ਦਾ ਕੇਵਲ 96 ਸੈਨਿਕ ਮਾਰੇ ਜਾਂਦੇ ਹੈਗੇ ਨੇਗੇ ਅਤੇ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ 10 ਮਾਰਚ 1849 ਨੂੰ ਚਤਰ ਸਿੰਘ, ਸ਼ੇਰ ਸਿੰਘ ਤੇ ਹੋਰ ਸਿੱਖ ਨੇਤਾਵਾਂ ਨੇ ਰਾਵਲਪਿੰਡੀ ਦੇ ਨੇੜੇ ਜਨਰਲ ਗਿਲਬਰਟ ਦੇ ਅੱਗੇ ਆਪਣੇ ਹਥਿਆਰ ਜਿਹੜੇ ਆ ਉਹ ਸਿੱਟ ਦਿੰਦੇ ਨੇ, ਜਾਣੀ ਕਿ ਹਾਰ ਮੰਨ ਲੈਂਦੇ ਨੇ। ਸੋ ਇਸ ਤਰੀਕੇ ਦੇ ਨਾਲ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਹੁਣ ਜਿਹੜੇ ਸਿੱਖ ਉਹ ਕੰਪਲੀਟਲੀ ਹਾਰ ਚੁੱਕੇ ਹੈਗੇ ਨੇ ਅਤੇ ਆਪਣਾ ਰਾਜ ਖਤਮ ਕਰਨ ਦੇ ਉੱਪਰ ਚਲੇ ਗਏ ਹੈਗੇ ਨੇ। ਤਾਂ 14 ਮਾਰਚ ਨੂੰ ਬਾਕੀ ਦੇ ਜਿਹੜੇ ਸਿੱਖ ਸੈਨਿਕ ਸੀਗੇ ਉਹਨਾਂ ਨੇ ਵੀ ਇਕੱਠੇ ਹੋ ਕੇ ਜਨਰਲ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ, ਜਾਣੀ ਕਿ ਹਾਰ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਮਿਲ ਰਹੀ। ਔਰ 14 ਮਾਰਚ ਨੂੰ ਜਦੋਂ ਇਹ ਹਥਿਆਰ ਸੁੱਟੇ ਗਏ ਸੀਗੇ ਤਾਂ ਉਸ ਸਮੇਂ ਜਿਹੜਾ ਹੈ ਇਹ ਮੰਨਿਆ ਗਿਆ ਸੀਗਾ ਕਿ ਸਾਰੇ ਸਿੱਖ ਸੈਨਿਕ ਸੀਗੇ ਜਿਹੜੇ ਉਹ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀਗੇ ਅਤੇ ਉਹ ਕਹਿ ਰਹੇ ਸੀ ਕਿ ਅੱਜ ਰਣਜੀਤ ਸਿੰਘ ਜਿਹੜਾ ਉਹ ਮਰ ਗਿਆ ਹੈ, ਜਾਣੀ ਕਿ ਰਣਜੀਤ ਸਿੰਘ ਦਾ ਸ਼ਾਸਨ ਖਤਮ ਹੋ ਗਿਆ ਹੈ, ਰਾਜ ਖਤਮ ਹੋ ਗਿਆ। ਤੇ ਇਸ ਤਰੀਕੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਅਸਲ ਦੇ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ ਹੈਗੀ ਆ। ਓਕੇ, ਸੋ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਉਹ ਹਾਰ ਜਾਂਦੇ ਹੈਗੇ ਨੇਗੇ ਔਰ ਅੰਤ ਦੇ ਵਿੱਚ ਯੁੱਧ ਦੇ ਸਿੱਟੇ ਜਿਹੜੇ ਹੈ ਉਹ ਕੀ ਨਿਕਲਦੇ ਹੈਗੇ ਨੇ ਦੂਸਰੇ ਐਂਗਲੋ ਸਿੱਖ ਯੁੱਧ ਦੇ। ਸੋ ਇਸ ਦੇ ਵਿੱਚ ਸਿੱਖ ਸੁਭਾਵਿਕ ਹੈ ਕਿ ਹਾਰ ਜਾਂਦੇ ਹੈਗੇ ਨੇਗੇ ਠੀਕ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦਾ ਜਿਹੜਾ ਅੰਤ ਹੁੰਦਾ ਹੈ ਪਹਿਲਾ ਸਿੱਟਾ ਇਹ ਨਿਕਲਦਾ ਹੈ। ਪਹਿਲਾਂ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਕੰਮ ਕਰ ਰਹੇ ਹੁੰਦੇ ਨੇ, ਬਟ ਜਿੱਦਾਂ ਹੀ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਸਿੱਖ ਹਾਰ ਜਾਂਦੇ ਨੇ ਉਸੇ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਜਾਂ ਸਮਰਾਜ ਵੀ ਉਹ ਖਤਮ ਹੋ ਜਾਂਦਾ ਹੈ ਅਤੇ 29 ਮਾਰਚ 1849 ਨੂੰ ਲਾਹੌਰ ਦਰਬਾਰ ਦੇ ਵਿੱਚ ਇੱਕ ਘੋਸ਼ਣਾ ਪੱਤਰ ਪੜ੍ਹਿਆ ਜਾਂਦਾ ਹੈ, ਜਿਸ ਦੇ ਵਿੱਚ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਜਾਂਦਾ ਹੈ ਅਤੇ 29 ਮਾਰਚ 1849 ਨੂੰ ਜਿਹੜਾ ਹੈ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਔਰ ਆਖਰੀ ਮਹਾਰਾਜਾ ਜਿਹੜਾ ਦਲੀਪ ਸਿੰਘ ਸੀਗਾ ਉਸ ਨੂੰ ਗੱਦੀ ਤੋਂ ਲਾ ਕੇ ਉਸਦੀ ਸਾਲਾਨਾ ਪੈਨਸ਼ਨ ਜਿਹੜੀ ਹੈ ਉਹ 50,000 ਪਾਉਂਡ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਜਾਂਦੀ ਹੈ। ਉਸ ਤੋਂ ਪ੍ਰਸਿੱਧ ਕੋਹੀਨੂਰ ਹੀਰਾ ਲੈ ਕੇ ਮਹਾਰਾਜਾ ਦਲੀਪ ਸਿੰਘ ਤੋਂ ਲੈ ਕੇ ਰਾਣੀ ਵਿਕਟੋਰੀਆ ਨੂੰ ਜਿਹੜਾ ਉਹ ਭੇਟ ਕਰ ਦਿੱਤਾ ਜਾਂਦਾ ਹੈਗਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਕੁਝ ਸਮੇਂ ਬਾਅਦ ਇੰਗਲੈਂਡ ਦੇ ਵਿੱਚ ਜਿਹੜਾ ਕਹਿੰਦੇ ਭੇਜ ਦਿੱਤਾ ਜਾਂਦਾ ਹੈ, ਉੱਥੇ ਚਲਾ ਜਾਂਦਾ ਹੈ ਅਤੇ 22 ਅਕਤੂਬਰ 1893 ਨੂੰ ਪੈਰਿਸ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈਗੀ ਆ। ਸੋ ਇਹ ਸਿੱਟਾ ਪਹਿਲਾਂ ਨਿਕਲਦਾ ਹੈ। ਦੂਸਰਾ ਸਿੱਟਾ ਕਿ ਸਿੱਖ ਫੌਜ ਦੀ ਜਿਹੜੀ ਗਿਣਤੀ ਹੈ ਉਹ ਘਟਾ ਦਿੱਤੀ ਜਾਂਦੀ ਹੈਗੀ ਠੀਕ ਹੈ, ਉਸ ਨੂੰ ਤੋੜ ਦਿੱਤਾ ਜਾਂਦਾ ਹੈ। ਸੋ 20,000 ਪੈਦਲ ਸੈਨਾ ਨੂੰ ਜਿਹੜਾ ਕਹਿ ਸਕਦੇ ਹਾਂ ਉਹਨਾਂ ਨੂੰ
ਕੈਸਾ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ 12,000 ਜਿਹੜੀ ਹੈ ਘੋੜਸਵਾਰ ਸੈਨਾ ਉਹ ਨਿਸ਼ਚਿਤ ਕੀਤੀ ਜਾਂਦੀ ਹੈ, ਜਿਹਦੇ ਨਾਲ ਉਸਦੇ ਉੱਪਰ ਕਾਫੀ ਵੱਡਾ ਕਹਿ ਸਕਦੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਹਾਂ ਦੂਸਰੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਸੈਨਾ ਨੂੰ ਜਿਹੜਾ ਹੈ ਨਿਸ਼ਸਤਰੀਕਰਨ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਜੋੜ ਦਿੱਤਾ ਜਾਂਦਾ, ਯਾਨੀ ਕਿ ਹਥਿਆਰ ਰੱਖਣ ਜਾਂ ਸੈਨਾ ਦਾ ਪ੍ਰਬੰਧ ਕਰਨ ਦੀ ਉੱਪਰ ਰੋਕ ਲਗਾ ਦਿੱਤੀ ਜਾਂਦੀ ਹੈਗੀ ਹੈ। ਨੈਕਸਟ ਹੈ ਤੀਸਰਾ, ਮੂਲ ਰਾਜ ਤੇ ਭਾਈ ਮਹਾਰਾਜ ਸਿੰਘ ਨੂੰ ਦੇਸ਼ ਨਿਕਾਲੇ ਦੀ ਸਜ਼ਾ। ਸੋ ਇਸ ਦੇ ਦੌਰਾਨ ਕੀ ਹੁੰਦਾ ਹੈ ਕਿ ਦੀਵਾਨ ਮੂਲ ਰਾਜ ਨੂੰ ਐਗਨਿਊਜ਼ ਅਤੇ ਐਡਰਸਨ ਨਾਂ ਦੇ 2 ਅਫਸਰਾਂ ਦੇ ਕਤਲ ਦੇ ਦੋਸ਼ ਦੇ ਵਿੱਚ ਪਹਿਲਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਬਾਅਦ ਦੇ ਵਿੱਚ ਸਜ਼ਾ ਨੂੰ ਕਾਲੇ ਪਾਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ, ਫਿਰ ਉਸ ਨੂੰ ਅੰਡੇਮਾਨ ਭੇਜਿਆ ਜਾਂਦਾ ਹੈ। ਪਰ ਇਸ ਸਥਾਨ ਦੇ ਉੱਪਰ ਉਸਦੀ ਸਿਹਤ ਖਰਾਬ ਹੋਣ ਦੇ ਕਾਰਨ ਉਸਨੂੰ 11 ਅਗਸਤ 1851 ਨੂੰ ਕਲਕੱਤੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੀਵਾਨ ਮੂਲ ਰਾਜ ਦੀ। ਨੈਕਸਟ ਆ ਜਾਂਦੇ ਆ ਮਹਾਰਾਜ ਸਿੰਘ। ਸੋ ਮਹਾਰਾਜ ਨੂੰ ਪਹਿਲਾਂ ਇਲਾਹਾਬਾਦ ਅਤੇ ਬਾਅਦ ਦੇ ਵਿੱਚ ਕਲਕੱਤਾ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਗਾ ਅਤੇ ਇੱਥੇ ਇਸ ਦੀ ਮੌਤ 5 ਜੁਲਾਈ 1856 ਨੂੰ ਹੋ ਜਾਂਦੀ ਹੈਗੀ ਹੈ। ਅਤੇ ਇਹ ਦੋਨੋਂ ਵਿਅਕਤੀਆਂ ਨੂੰ ਜਿਹੜਾ ਦੇਸ਼ ਨਿਕਾਲਾ ਦੇ ਕੇ ਜਾਂ ਸਜ਼ਾਵਾਂ ਦੇ ਕੇ ਮਾਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਖਾਸ ਤੌਰ ਦੇ ਉੱਪਰ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਸੋ ਨੈਕਸਟ ਹੈ ਸਰਦਾਰ ਚਤਰ ਸਿੰਘ ਅਤੇ ਸ਼ੇਰ ਸਿੰਘ ਨੂੰ ਸਜ਼ਾ। ਸੋ ਜਿਨ੍ਹਾਂ ਨੇ ਵੀ ਵਿਰੋਧ ਕੀਤਾ, ਜਿਨ੍ਹਾਂ ਨੇ ਵੀ ਇਸ ਲੜਾਈ ਦੇ ਵਿੱਚ ਭਾਗ ਲਿੱਤਾ, ਉਹਨਾਂ ਨੂੰ ਕਾਫੀ ਸਜ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ ਸੀ। ਸੋ ਇਹਨਾਂ ਨੂੰ ਪਹਿਲਾਂ ਇਲਾਹਾਬਾਦ ਅਤੇ ਬਾਅਦ ਦੇ ਵਿੱਚ ਕਲਕੱਤੇ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਅਤੇ 1854 ਦੇ ਵਿੱਚ ਸਰਕਾਰ ਨੇ ਦੋਨਾਂ ਨੂੰ ਰਿਹਾ ਕਰ ਦਿੱਤਾ, ਯਾਨੀ ਕਿ ਫ੍ਰੀ ਕਰ ਦਿੱਤਾ ਕਿ ਤੁਸੀਂ ਆਜ਼ਾਦ ਹੋ। ਠੀਕ ਹੈ। ਨੈਕਸਟ ਹੈ ਪੰਜਾਬ ਦੇ ਲਈ ਇੱਕ ਨਵਾਂ ਰਾਜ ਪ੍ਰਬੰਧ ਸ਼ੁਰੂ ਹੁੰਦਾ ਹੈ। ਜੋ ਪਹਿਲਾਂ ਸਿੱਖਾਂ ਦੇ ਅਧੀਨ ਸੀ ਉਹਨਾਂ ਨੇ ਆਪਣੇ ਅਧੀਨ ਚਲਾਇਆ ਹੋਇਆ ਸੀ, ਬਟ ਇਹ ਪੰਜਾਬ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਐਸਟੈਬਲਿਸ਼ ਹੁੰਦਾ ਤਾਂ ਉਹ ਆਪਣੇ ਨਵੇਂ ਤਰੀਕੇ ਦੇ ਨਾਲ ਰਾਜ ਪ੍ਰਬੰਧ ਸ਼ੁਰੂ ਕਰਦੇ ਨੇ। ਤਾਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਪ੍ਰਬੰਧ ਚਲਾਉਣ ਦੇ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ, ਜੋ 1849 ਤੋਂ ਲੈ ਕੇ 1853 ਤੱਕ ਕੰਮ ਕਰਦਾ ਹੈਗਾ ਗਾ। 1853 ਨੂੰ ਪ੍ਰਸ਼ਾਸਨਿਕ ਬੋਰਡ ਜਿਹੜਾ ਉਹ ਭੰਗ ਕਰ ਦਿੱਤਾ ਜਾਂਦਾ ਹੈ ਅਤੇ ਉਸ ਦੀ ਜਗ੍ਹਾ ਦੇ ਵਿੱਚ ਜਾਨ ਲਾਰੈਂਸ ਨੂੰ ਜਿਹੜਾ ਹੈ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਂਦਾ ਹੈਗਾ ਗਾ ਔਰ ਇਸ ਅਹੁਦੇ ਦੇ ਉੱਪਰ ਇਹ 1858 ਤੱਕ ਜਿਹੜਾ ਕੰਮ ਕਰਦਾ ਹੈਗਾ ਗਾ। ਸੋ ਅੰਗਰੇਜ਼ਾਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ, ਜਿਸ ਦੇ ਨਾਲ ਪੰਜਾਬ ਨੂੰ ਪਹਿਲਾਂ ਨਾਲੋਂ ਕਾਫੀ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਅੱਛੇ ਜਿਹੜੇ ਹੈ ਨਾ ਪੁਆਇੰਟਸ ਉਹਨਾਂ ਨੇ ਕਲੈਕਟ ਕੀਤੇ ਤਾਂ ਕਿ ਪੰਜਾਬ ਦੇ ਉੱਪਰ ਵਿਸ਼ਵਾਸ ਜਿਹੜਾ ਉਹ ਬਣਾਇਆ ਜਾ ਸਕੇ ਔਰ ਇਸੇ ਕਾਰਨ ਕਰਕੇ ਪੰਜਾਬ ਦੇ ਨਾਲ ਉਹਨਾਂ ਦੀ ਕਾਫੀ ਸਮੇਂ ਤੱਕ ਜਿਹੜੀ ਮਿੱਤਰਤਾਪੂਰਨ ਸੰਬੰਧ ਰਹੇ ਸੀ। ਸੋ ਪਹਿਲਾ ਸੀਗਾ ਕਿ ਸਿੱਖਾਂ ਦਾ ਜਿਹੜਾ ਨਿਸ਼ਸਤਰੀਕਰਨ ਕੀਤਾ ਗਿਆ, ਯਾਨੀ ਕਿ ਸਿੱਖਾਂ ਤੋਂ ਹਥਿਆਰ ਜਿਹੜੇ ਖੋਲ੍ਹੇ ਗਏ, ਲੜਾਈ ਕਰਨ ਦਾ ਜਿਹੜੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀਗੀ। ਦੂਸਰਾ ਹੈ ਪੁਲਿਸ ਪ੍ਰਣਾਲੀ ਦੇ ਵਿੱਚ ਵਧੇਰੇ ਕੁਸ਼ਲ ਬਣਾਇਆ ਗਿਆ ਹੈ, ਪੁਲਿਸ ਪ੍ਰਬੰਧ ਕੀਤਾ ਗਿਆ ਤਾਂ ਕਿ ਜਿਹੜਾ ਸ਼ਾਂਤੀ ਬਣਾਈ ਰੱਖੀ ਜਾ ਸਕੇ, ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਾ ਰਹੇ, ਉਸ ਨੂੰ ਖਤਮ ਕਰ ਦਿੱਤਾ ਗਿਆ। ਨਿਆਂ ਪ੍ਰਣਾਲੀ ਨੂੰ ਵਧੇਰੇ ਸਸਤਾ ਅਤੇ ਛੇਤੀ ਨਿਆਂ ਦੇਣ ਵਾਲੀ ਬਣਾਇਆ ਗਿਆ ਤਾਂ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਇਆ ਜਾ ਸਕੇ, ਨਿਆਂ ਦਿੱਤਾ ਜਾ ਸਕੇ ਉਹਨਾਂ ਨੂੰ ਸਸਤਾ ਅਤੇ ਛੇਤੀ। ਅੱਗੇ ਪੰਜਾਬ ਦੀਆਂ ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛਾਇਆ ਗਿਆ, ਜਿਸ ਦੇ ਨਾਲ ਆਵਾਜਾਈ ਨੂੰ ਜਿਹੜਾ ਪ੍ਰਮੋਸ਼ਨ ਮਿਲੀ ਅਤੇ ਨਾਲ ਹੀ ਨਹਿਰਾਂ ਦੇ ਜਾਲ ਨਾਲ ਖੇਤੀਬਾੜੀ ਨੂੰ ਜਿਹੜਾ ਹੈ ਨਾ ਪ੍ਰਮੋਟ ਕੀਤਾ ਗਿਆ, ਜਿਹਦੇ ਨਾਲ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਇਆ, ਖੁਸ਼ਹਾਲ ਹੋਏ ਲੋਕ। ਇਸ ਤੋਂ ਇਲਾਵਾ ਖੇਤੀਬਾੜੀ ਨੂੰ ਵੀ ਜਿਹੜਾ ਉਤਸ਼ਾਹਿਤ ਕੀਤਾ ਗਿਆ। ਸੋ ਉਹਨਾਂ ਦੀ ਬਦੌਲਤ ਹੀ ਸਭ ਕੁਛ ਜਿਹੜਾ ਇਹ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜਗੀਰਦਾਰੀ ਪ੍ਰਣਾਲੀ ਸੀ ਜਿਹੜਾ ਉਸ ਨੂੰ ਸਮਾਪਤ ਕਰ ਦਿੱਤਾ ਸੀਗਾ ਉਹਨਾਂ ਨੇ। ਵਪਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਯਤਨ ਕੀਤੇ ਜਾ ਕੇ ਤਾਂ ਕਿ ਟਰੇਡ ਜਿਹੜਾ ਹੋਰ ਡਿਵੈਲਪ ਹੋ ਚੁੱਕੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਮਾੜੀਆਂ ਪ੍ਰਥਾਵਾਂ, ਜਿਵੇਂ ਜੰਮਦੀਆਂ ਕੁੜੀਆਂ ਨੂੰ ਮਾਰਨਾ, ਠੱਗੀ ਪ੍ਰਥਾ, ਠੀਕ ਆ, ਅਤੇ ਸਤੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਸੀਗੀਆਂ ਪੰਜਾਬ ਦੇ ਲਈ। ਇਹਨਾਂ ਪ੍ਰਥਾਵਾਂ ਨੂੰ ਖਤਮ ਕਰਕੇ ਪੰਜਾਬ ਦੇ ਵਿੱਚ ਸੁਧਾਰ ਦੀ ਜਿਹੜੀ ਇੱਕ ਉਹ ਲਹਿਰ ਚਲਾਈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਪੱਛਮੀ ਢੰਗ ਦੇ ਨਾਲ ਸਿੱਖਿਆ ਪ੍ਰਣਾਲੀ ਸ਼ੁਰੂ ਕਰ ਦਿੱਤੀ ਤਾਂ ਕਿ ਉਹਨਾਂ ਨੂੰ ਐਜੂਕੇਟ ਕਰਕੇ ਉਹਨਾਂ ਦੇ ਉੱਚ ਅਹੁਦਿਆਂ ਦੇ ਉੱਪਰ ਬਿਰਾਜਮਾਨ ਕੀਤਾ ਜਾ ਸਕੇ। ਅਤੇ 1857 ਦਾ ਵਿਦਰੋਹ ਸ਼ੁਰੂ ਹੁੰਦਾ ਹੈ ਤਾਂ ਉਸ ਸਮੇਂ ਤੱਕ ਜਿਹੜਾ ਪੰਜਾਬ ਆ ਉਹ ਅੰਗਰੇਜ਼ਾਂ ਦੇ ਪ੍ਰਤੀ ਵਫਾਦਾਰ ਰਹਿੰਦਾ ਹੈ। 1857 ਤੋਂ ਬਾਅਦ ਜਿਹੜਾ ਪੰਜਾਬ ਫਿਰ ਤੋਂ ਜਿਹੜਾ ਕਹਿ ਸਕਦੇ ਹਾਂ ਸੰਘਰਸ਼ ਸ਼ੁਰੂ ਕਰ ਦਿੰਦਾ ਹੈ ਅੰਗਰੇਜ਼ਾਂ ਦੇ ਵਿਰੁੱਧ। ਓਕੇ, ਸੋ ਅੰਤ ਆਉਂਦਾ ਹੈ ਇਸ ਦੇ ਵਿੱਚ ਪੰਜਾਬ ਦੀਆਂ ਰਿਆਸਤਾਂ ਦੇ ਨਾਲ ਮਿੱਤਰਤਾਪੂਰਨ ਵਾਲਾ ਸਲੂਕ। ਸੋ ਦੂਸਰੇ ਐਂਗਲੋ ਯੁੱਧ ਤੋਂ ਬਾਅਦ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ ਦੀਆਂ ਰਿਆਸਤਾਂ ਦੇ ਨਾਲ ਅੰਗਰੇਜ਼ਾਂ ਦੇ ਅੱਛੇ ਕਹਿ ਸਕਦੇ ਹਾਂ ਸੰਬੰਧ ਰਹੇ, ਉਹਨਾਂ ਨੂੰ ਸਹਿਯੋਗ ਦਿੱਤਾ, ਜਿਹਦੇ ਕਾਰਨ ਕਰਕੇ ਪੰਜਾਬ ਤੇ ਅੰਗਰੇਜ਼ਾਂ ਦੇ ਵਿਚਕਾਰ ਅੱਛਾ ਕਹਿ ਸਕਦੇ ਹਾਂ ਸੰਬੰਧ ਰਿਹਾ। ਅੰਤ ਦੇ ਵਿੱਚ ਆਉਂਦਾ ਹੈ ਪੰਜਾਬ ਨੂੰ ਮਿਲਾਉਣਾ ਜਾਂ ਪੰਜਾਬ ਦਾ ਮਿਲਾਉਣਾ। ਸੋ ਦੂਸਰੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਜਿਹੜਾ ਹੈ ਸਿੱਖਾਂ ਦੀ ਹਾਰ ਹੁੰਦੀ ਹੈ ਤਾਂ ਇਸ ਹਾਰ ਦੇ ਦੌਰਾਨ ਲਾਰਡ ਡਲਹੌਜ਼ੀ ਭਾਰਤ ਦੇ ਵਿੱਚ 1848 ਦੇ ਵਿੱਚ ਇੱਕ ਨਵਾਂ ਗਵਰਨਰ ਜਨਰਲ ਬਣ ਕੇ ਆਉਂਦਾ ਹੈ, ਜਿਸ ਦੀ ਬਦੌਲਤ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ ਹੈਗਾ ਗਾ। ਸੋ ਜਦੋਂ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਸਿੱਖਾਂ ਦੀ ਹਾਰ ਹੁੰਦੀ ਹੈ ਤਾਂ ਅੰਤ 29 ਮਾਰਚ 1849 ਨੂੰ ਲਾਹੌਰ ਵਿੱਚ ਇੱਕ ਦਰਬਾਰ ਬੁਲਾਇਆ ਗਿਆ ਸੀ।
इस दरबार दे विच अंग्रेज़ां दे विदेश ਸਕੱਤਰ ਹੈਨਰੀ ਐਲੀਅਟ ਨੇ ਗਵਰਨਰ ਜਨਰਲ ਦੀ ਇੱਕ ਘੋਸ਼ਣਾ ਪੜ੍ਹੀ, ਜਿਸ ਦੇ ਵਿੱਚ ਕਿਹਾ ਗਿਆ ਕਿ ਅੱਜ ਤੋਂ ਲਾਹੌਰ ਰਾਜ ਦਾ ਖਾਤਮਾ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਜਾਣੀ ਕਿ 29 ਮਾਰਚ 1849 ਨੂੰ ਪੰਜਾਬ ਅੰਗਰੇਜ਼ਾਂ ਦੇ ਅਧੀਨ ਚਲਿਆ ਗਿਆ ਔਰ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਸੰਧੀ ਉੱਤੇ ਦਸਤਖਤ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਸ ਸੰਧੀ ਦੇ ਉੱਪਰ ਜਾਣੀ ਕਿ ਠੀਕ ਹੈ, ਜਾਣੀ ਕਿ ਇਸ ਤੋਂ ਬਾਅਦ ਜਿਹੜਾ ਇਹ ਸ਼ਾਸਨ ਖਤਮ ਹੋਵੇਗਾ, ਜਿਸ ਦੇ ਅਨੁਸਾਰ ਮਹਾਰਾਜਾ ਨੇ ਆਪਣੇ ਅਤੇ ਆਪਣੇ ਉੱਤਰ ਅਧਿਕਾਰੀਆਂ ਦੇ ਸਾਰੇ ਅਧਿਕਾਰ ਜਿਹੜੇ ਆ ਉਹ ਛੱਡ ਦਿੱਤੇ ਅਤੇ ਉਸ ਦੀ ਸਾਰੀ ਜਿਹੜੀ ਜਾਇਦਾਦ ਸੀ ਉਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਜਿਹੜੀ ਪੈਨਸ਼ਨ ਦੇ ਕੇ ਬਾਹਰ ਭੇਜ ਦਿੱਤਾ ਗਿਆ ਸੀ ਇੰਗਲੈਂਡ ਦੇ ਵਿੱਚ। ਇਸ ਤੋਂ ਬਾਅਦ ਕਿਲੇ ਤੋਂ ਸਿੱਖਾਂ ਦਾ ਜਿਹੜਾ ਝੰਡੇ ਸੀ ਉਹ ਉਤਾਰ ਦਿੱਤੇ ਗਏ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਜਿਹੜਾ ਲਹਿਰਾਉਣਾ ਸ਼ੁਰੂ ਕਰ ਦਿੱਤਾ ਸੀ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਉੱਪਰ ਜਿਹੜਾ ਹੈ ਅੰਗਰੇਜ਼ਾਂ ਦਾ ਸ਼ਾਸਨ ਉਹ ਐਸਟੈਬਲਿਸ਼ ਹੋ ਜਾਂਦਾ ਹੈ। ਸੋ ਇਸੀ ਪੂਰੀ ਦੀ ਪੂਰੀ ਥਿਊਰੀ ਵਾਲਾ ਪਾਰਟ, ਇਸ ਤੋਂ ਇਲਾਵਾ ਕੁਝ MCQ ਜਿਹੜੇ ਐਡ ਕੀਤੇ ਹੋਏ ਨੇ। ਸੋ ਫਸਟ MCQ ਹੈਗਾ ਇਸ ਦੇ ਵਿੱਚ ਕੁਐਸਚਨ, ਦੂਸਰਾ ਐਂਗਲੋ ਸਿੱਖ ਯੁੱਧ ਕਿਸ ਦੇ ਕਾਰਜਕਾਲ ਦੇ ਦੌਰਾਨ ਹੋਇਆ? ਸੋ ਆਪਸ਼ਨ 1 ਹੈ ਲਾਰਡ ਡਲਹੌਜੀ, ਆਪਸ਼ਨ 2 ਹੈ ਫਰੈਡਰਿਕ ਕਰੀ, ਆਪਸ਼ਨ 3 ਹੈ ਲਾਰਡ ਹਿਊ ਗਫ ਅਤੇ ਆਪਸ਼ਨ 4 ਹੈ ਜਨਰਲ ਹੈਵਲਾਕ। ਸੋ ਗਵਰਨਰ ਜਨਰਲ ਦੀ ਗੱਲ ਹੋ ਰਹੀ ਹੈ ਤਾਂ ਦੂਸਰਾ ਐਂਗਲੋ ਸਿੱਖ ਯੁੱਧ ਜਿਹੜਾ ਉਹ ਹੁੰਦਾ ਹੈ ਕਾਰਜਕਾਲ ਦੇ ਦੌਰਾਨ ਲਾਰਡ ਡਲਹੌਜੀ ਦੇ, ਜੋ ਕਿ ਭਾਰਤ ਦਾ ਗਵਰਨਰ ਜਨਰਲ ਸੀਗਾ। 1848 ਦੇ ਵਿੱਚ ਇਸ ਨੂੰ ਬਣਾਇਆ ਜਾਂਦਾ ਹੈ। ਨੈਕਸਟ ਹੈ ਦੂਸਰਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? ਸੋ ਆਪਸ਼ਨ 1 ਹੈ 22 ਨਵੰਬਰ 1848 ਤੋਂ ਲੈ ਕੇ 14 ਮਾਰਚ 1849 ਤੱਕ, ਆਪਸ਼ਨ 2 ਹੈ 22 ਨਵੰਬਰ 1848 ਤੋਂ ਲੈ ਕੇ 10 ਮਾਰਚ 1849 ਤੱਕ, ਆਪਸ਼ਨ 3 ਹੈ 20 ਨਵੰਬਰ 1848 ਤੋਂ ਲੈ ਕੇ 7 ਮਾਰਚ 1849 ਤੱਕ ਅਤੇ ਆਪਸ਼ਨ 4 ਹੈ 23 ਨਵੰਬਰ 1848 ਤੋਂ ਲੈ ਕੇ 9 ਮਾਰਚ 1849 ਤੱਕ। ਤਾਂ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ ਹੈ 22 ਨਵੰਬਰ 1848 ਤੋਂ ਲੈ ਕੇ 10 ਮਾਰਚ 1849 ਤੱਕ, ਯਾਨੀ ਕਿ 1848-49 ਦੇ ਵਿੱਚ ਇਹ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ ਹੈ। ਨੈਕਸਟ ਹੈ 3 ਨੰਬਰ ਕੁਐਸਚਨ, ਦੀਵਾਨ ਮੂਲ ਰਾਜ ਦਾ ਵਿਦਰੋਹ ਦਾ ਪ੍ਰਮੁੱਖ ਯੋਗਦਾਨ ਰਿਹਾ ਹੈ? ਸੋ ਆਪਸ਼ਨ 1 ਹੈ ਦੂਸਰੇ ਐਂਗਲੋ ਸਿੱਖ ਯੁੱਧ ਆਰੰਭ ਕਰਨ 'ਚ, ਆਪਸ਼ਨ 2 ਹੈ ਪਹਿਲਾ ਐਂਗਲੋ ਸਿੱਖ ਯੁੱਧ ਆਰੰਭ ਕਰਨ 'ਚ, ਆਪਸ਼ਨ 3 ਹੈ ਸਭਰਾਓ ਦੀ ਲੜਾਈ ਦੇ ਵਿੱਚ ਅਤੇ ਆਪਸ਼ਨ 4 ਹੈ ਚਿਲਿਆਂਵਾਲੀ ਦੀ ਲੜਾਈ ਦੇ ਵਿੱਚ। ਤਾਂ ਦੀਵਾਨ ਮੂਲ ਰਾਜ ਦਾ ਜਿਹੜਾ ਵਿਦਰੋਹ ਸੀ ਇਹ ਪ੍ਰਮੁੱਖ ਕਾਰਨ ਸੀਗਾ ਦੂਸਰੇ ਐਂਗਲੋ ਸਿੱਖ ਯੁੱਧ ਦੇ ਆਰੰਭ ਹੋਣ ਦਾ, ਇਸ ਤੋਂ ਹੀ ਸ਼ੁਰੂਆਤ ਹੁੰਦੀ ਹੈਗੀ ਹੈ ਕਿ ਓਕੇ। ਸੋ ਨੈਕਸਟ ਹੈ ਚੌਥਾ, ਸ਼ੇਰ ਸਿੰਘ ਦਾ ਵਿਦਰੋਹ ਕਦੋਂ ਹੋਇਆ? ਸੋ ਆਪਸ਼ਨ 1 ਹੈ 14 ਸਤੰਬਰ 1848, ਆਪਸ਼ਨ 2 ਹੈ 10 ਸਤੰਬਰ 1848, ਆਪਸ਼ਨ 3 ਹੈ 11 ਸਤੰਬਰ 1849 ਅਤੇ ਆਪਸ਼ਨ 4 ਹੈ 13 ਸਤੰਬਰ 1848। ਸੋ ਰਾਈਟ ਆਨਸਰ ਹੈ ਸ਼ੇਰ ਸਿੰਘ ਨੇ ਵਿਦਰੋਹ ਕੀਤਾ 14 ਸਤੰਬਰ 1848 ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ। ਨੈਕਸਟ ਹੈ 5 ਨੰਬਰ, ਲਾਰਡ ਡਲਹੌਜੀ ਭਾਰਤ ਦਾ ਨਵਾਂ ਗਵਰਨਰ ਜਨਰਲ ਕਦੋਂ ਬਣਿਆ? ਸੋ ਆਪਸ਼ਨ 1 ਹੈ ਜਨਵਰੀ 1847, ਆਪਸ਼ਨ 2 ਹੈ ਜਨਵਰੀ 1848, ਆਪਸ਼ਨ 3 ਹੈ ਜਨਵਰੀ 1849 ਅਤੇ ਆਪਸ਼ਨ 4 ਹੈ ਮਾਰਚ 1849। ਤਾਂ ਲਾਰਡ ਡਲਹੌਜੀ ਭਾਰਤ ਦੇ ਨਵੇਂ ਗਵਰਨਰ ਜਨਰਲ ਦੇ ਰੂਪ ਦੇ ਵਿੱਚ ਆਉਂਦਾ ਹੈ ਜਨਵਰੀ 1848 ਦੇ ਵਿੱਚ। ਸੋ ਇਹ ਲੈਪਸ ਦੀ ਨੀਤੀ ਨੂੰ ਜਿਹੜਾ ਅਪਣਾਉਂਦਾ ਹੈ, ਇਸ ਨੀਤੀ ਦੇ ਕਾਰਨ ਹੀ ਇਹ ਪੰਜਾਬ ਨੂੰ ਜਿਹੜਾ ਹੈ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਪਾਉਂਦਾ ਹੈ। ਨੈਕਸਟ ਹੈ 6 ਨੰਬਰ, ਦੂਸਰੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ? ਆਪਸ਼ਨ 1 ਹੈ ਚਿਲਿਆਂਵਾਲੇ ਦੀ ਲੜਾਈ, ਆਪਸ਼ਨ 2 ਹੈ ਰਾਮਨਗਰ ਦੀ ਲੜਾਈ, ਆਪਸ਼ਨ 3 ਹੈ ਮੁਲਤਾਨ ਦੀ ਲੜਾਈ ਅਤੇ ਆਪਸ਼ਨ 4 ਹੈ ਗੁਜਰਾਤ ਦੀ ਲੜਾਈ। ਤਾਂ ਦੂਸਰੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਜਿਹੜੀ ਹੈ ਜਿਸ ਤੋਂ ਸ਼ੁਰੂਆਤ ਹੁੰਦੀ ਹੈ ਇਸ ਯੁੱਧ ਦੀ ਉਹ ਹੈ ਰਾਮਨਗਰ ਦੀ ਲੜਾਈ। ਬੀ ਆਪਸ਼ਨ ਰਾਈਟ ਆਨਸਰ ਹੈ। ਨੈਕਸਟ ਹੈ 7 ਨੰਬਰ, ਰਾਮਨਗਰ ਦੀ ਲੜਾਈ ਕਦੋਂ ਹੋਈ? ਸੋ ਆਪਸ਼ਨ 1 ਹੈ 13 ਜਨਵਰੀ 1849 ਨੂੰ, ਆਪਸ਼ਨ 2 ਹੈ 22 ਦਸੰਬਰ 1848 ਨੂੰ, ਆਪਸ਼ਨ 3 ਹੈ 30 ਦਸੰਬਰ 1848 ਅਤੇ ਆਪਸ਼ਨ 4 ਹੈ 21 ਫਰਵਰੀ 1849। ਤਾਂ ਰਾਮਨਗਰ ਦਾ ਜਿਹੜਾ ਲੜਾਈ ਸੀਗੀ ਇਹ ਦੂਸਰੇ ਐਂਗਲੋ ਸਿੱਖ ਯੁੱਧ ਦੀ ਸ਼ੁਰੂਆਤ ਸੀਗੀ ਔਰ ਇਹ ਲੜਾਈ ਜਿਹੜੀ ਹੁੰਦੀ ਹੈਗੀ ਆ 22 ਨਵੰਬਰ 1848, ਯਾਨੀ ਕਿ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਰਹਿੰਦਾ ਹੈ। ਨੈਕਸਟ ਹੈ 8 ਨੰਬਰ, ਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ? ਆਪਸ਼ਨ 1 ਹੈ ਲਾਰਡ ਹਿਊ ਗਫ, ਆਪਸ਼ਨ 2 ਹੈ ਚਾਰਲਸ ਨੇਪੀਅਰ, ਆਪਸ਼ਨ 3 ਹੈ ਜਨਰਲ ਵਿਸ਼ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ ਹੀ। ਤਾਂ ਰਾਮਨਗਰ ਦੀ ਲੜਾਈ ਦੇ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਜਿਹੜੇ ਹੈ ਉਹ ਲਾਰਡ ਹਿਊ ਗਫ ਕਰ ਰਿਹਾ ਸੀ। ਨੈਕਸਟ ਹੈ 9 ਨੰਬਰ, ਚਿਲਿਆਂਵਾਲੇ ਦੀ ਲੜਾਈ ਕਦੋਂ ਹੋਈ? ਸੋ ਆਪਸ਼ਨ 1 ਹੈ 13 ਜਨਵਰੀ 1849, ਆਪਸ਼ਨ 2 ਹੈ 13 ਜਨਵਰੀ 1848, ਆਪਸ਼ਨ 3 ਹੈ 16 ਜਨਵਰੀ 1849 ਅਤੇ ਆਪਸ਼ਨ 4 ਹੈ 16 ਜਨਵਰੀ 1848। ਤਾਂ ਚਿਲਿਆਂਵਾਲੇ ਦੀ ਲੜਾਈ ਦੂਸਰੀ ਲੜਾਈ ਹੁੰਦੀ ਹੈ। ਸੋ ਇਸ ਲੜਾਈ ਦੀ ਸ਼ੁਰੂਆਤ ਹੁੰਦੀ ਹੈਗੀ 13 ਜਨਵਰੀ 1849 ਨੂੰ। ਨੈਕਸਟ ਹੈ 10 ਨੰਬਰ, ਚਿਲਿਆਂਵਾਲੀ ਲੜਾਈ ਦੇ ਵਿੱਚ ਸ਼ੇਰ ਸਿੰਘ ਦੀ ਮਦਦ ਕਿਸਨੇ ਕੀਤੀ? ਸੋ ਆਪਸ਼ਨ 1 ਹੈ ਦੀਵਾਨ ਮੂਲ ਰਾਜ, ਆਪਸ਼ਨ 2 ਹੈ ਚਤਰ ਸਿੰਘ, ਆਪਸ਼ਨ 3 ਹੈ ਮਹਾਰਾਣੀ ਜਿੰਦਾ ਅਤੇ ਆਪਸ਼ਨ 4 ਹੈ
ਉਪਰੋਕਤ ਚੋਂ ਕੋਈ ਨਹੀਂ। ਤਾਂ ਚਿਲਿਆਂਵਾਲੀ ਦੀ ਲੜਾਈ ਦੇ ਵਿੱਚ ਸ਼ੇਰ ਸਿੰਘ ਦੀ ਮਦਦ ਜਿਹੜੀ ਹੈ ਉਹ ਚਤਰ ਸਿੰਘ ਦੇ ਦੁਆਰਾ ਕੀਤੀ ਜਾਂਦੀ ਹੈ, ਜਿਸ ਦੇ ਬਦੌਲਤ ਕਾਫੀ ਜਿਹੜਾ ਕਹਿ ਸਕਦੇ ਹਾਂ ਨਾ ਪ੍ਰਭਾਵ ਉਹਨਾਂ ਦਾ ਪੈ ਜਾਂਦਾ ਤੇ ਉਹ ਇਸ ਲੜਾਈ ਦੇ ਵਿੱਚ ਜੇਤੂ ਰਹਿੰਦੇ ਹੈਗੇ ਨੇ। ਨੈਕਸਟ ਹੈ 11 ਨੰਬਰ, ਮੁਲਤਾਨ ਦੀ ਲੜਾਈ ਕਦੋਂ ਹੋਈ? ਸੋ ਆਪਸ਼ਨ 1 ਹੈ ਦਸੰਬਰ 1848, ਆਪਸ਼ਨ 2 ਹੈ ਨਵੰਬਰ 1848, ਆਪਸ਼ਨ 3 ਹੈ ਜਨਵਰੀ 1848 ਅਤੇ ਆਪਸ਼ਨ 4 ਹੈ ਜੁਲਾਈ 1848। ਤਾਂ ਮੁਲਤਾਨ ਦੀ ਜਿਹੜੀ ਲੜਾਈ ਹੁੰਦੀ ਹੈ ਸੋ ਦਸੰਬਰ 1848 ਦੇ ਵਿੱਚ ਹੁੰਦੀ ਹੈਗੀ ਆ। ਨੈਕਸਟ ਹੈ 12 ਨੰਬਰ, ਮੂਲ ਰਾਜ ਨੇ ਕਦੋਂ ਅੰਗਰੇਜ਼ਾਂ ਸਾਹਮਣੇ ਹਥਿਆਰ ਸੁੱਟ ਦਿੱਤੇ ਸਨ? ਸੋ ਆਪਸ਼ਨ 1 ਹੈ 21 ਜਨਵਰੀ 1849, ਆਪਸ਼ਨ 2 ਹੈ 21 ਦਸੰਬਰ 1849 ਅਤੇ ਆਪਸ਼ਨ 3 ਹੈ 22 ਦਸੰਬਰ 1849 ਅਤੇ ਆਪਸ਼ਨ 4 ਹੈ 22 ਜਨਵਰੀ 1849। ਤਾਂ ਮੂਲ ਰਾਜ ਨੇ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸੀਗੇ 22 ਜਨਵਰੀ 1849 ਨੂੰ। ਡੀ ਆਪਸ਼ਨ ਠੀਕ ਹੈ ਜੀ। ਨੈਕਸਟ ਹੈ 13 ਨੰਬਰ, ਗੁਜਰਾਤ ਦੀ ਲੜਾਈ ਕਦੋਂ ਹੋਈ? ਸੋ ਆਪਸ਼ਨ 1 ਹੈ 21 ਫਰਵਰੀ 1849, ਆਪਸ਼ਨ 2 ਹੈ 21 ਜਨਵਰੀ 1849, ਆਪਸ਼ਨ 3 ਹੈ 21 ਦਸੰਬਰ 1849 ਅਤੇ ਆਪਸ਼ਨ 4 ਹੈ 21 ਮਾਰਚ 1849। ਤਾਂ ਗੁਜਰਾਤ ਦੀ ਲੜਾਈ ਜਿਹੜੀ ਹੈ ਉਹ ਆਖਰੀ ਲੜਾਈ ਰਹਿੰਦੀ ਹੈ ਦੂਸਰੇ ਐਂਗਲੋ ਸਿੱਖ ਯੁੱਧ ਦੀ। ਸੋ ਇਹ ਲੜਾਈ ਜਿਹੜੀ ਹੈ ਗੁਜਰਾਤ ਦੀ ਇਹ 21 ਫਰਵਰੀ 1849 ਨੂੰ ਹੁੰਦੀ ਹੈ। ਇਹ ਆਨਸਰ ਰਾਈਟ ਰਹਿੰਦਾ ਹੈ। ਨੈਕਸਟ ਹੈ 14 ਨੰਬਰ, ਤੋਪਾਂ ਦੀ ਲੜਾਈ ਦੇ ਨਾਮ ਨਾਲ ਕਿਸ ਲੜਾਈ ਨੂੰ ਜਾਣਿਆ ਜਾਂਦਾ ਹੈ? ਸੋ ਆਪਸ਼ਨ 1 ਹੈ ਰਾਮਨਗਰ ਦੀ ਲੜਾਈ, ਆਪਸ਼ਨ 2 ਹੈ ਚਿਲਿਆਂਵਾਲੀ ਦੀ ਲੜਾਈ, ਆਪਸ਼ਨ 3 ਹੈ ਮੁਲਤਾਨ ਦੀ ਲੜਾਈ ਅਤੇ ਆਪਸ਼ਨ 4 ਹੈ ਗੁਜਰਾਤ ਦੀ ਲੜਾਈ। ਤੋਪਾਂ ਦੀ ਲੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਲੜਾਈ ਨੂੰ ਗੁਜਰਾਤ ਦੀ ਲੜਾਈ ਨੂੰ। ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿਚਕਾਰ ਇਹ ਲੜਾਈ ਹੋਈ ਸੀਗੀ ਔਰ ਇਸ ਲੜਾਈ ਦੇ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੋਨਾਂ ਨੇ ਜਿਹੜਾ ਹੈ ਤੋਪਾਂ ਦਾ ਇਸਤੇਮਾਲ ਕੀਤਾ ਸੀ, ਜਿਹਦੇ ਕਾਰਨ ਕਰਕੇ ਇਸ ਨੂੰ ਤੋਪਾਂ ਦੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਹੈ 15 ਨੰਬਰ, ਮਹਾਰਾਜਾ ਦਲੀਪ ਸਿੰਘ ਨੂੰ ਕਦੋਂ ਗੱਦੀ ਤੋਂ ਲਾਹਿਆ ਗਿਆ? ਸੋ ਆਪਸ਼ਨ 1 ਹੈ 20 ਮਾਰਚ 1849, ਆਪਸ਼ਨ 2 ਹੈ 25 ਮਾਰਚ 1849, ਆਪਸ਼ਨ 3 ਹੈ 29 ਮਾਰਚ 1849 ਅਤੇ ਆਪਸ਼ਨ 4 ਹੈ 20 ਮਾਰਚ 1849। ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਕਦੋਂ ਲਾਹਿਆ ਗਿਆ? ਸੋ ਰਾਈਟ ਆਨਸਰ ਦਾ ਹੈ ਸੀ ਆਪਸ਼ਨ 29 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਗਿਆ ਅਤੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਪੰਜਾਬ ਨੂੰ ਸ਼ਾਮਲ ਕਰ ਲਿਆ ਗਿਆ। ਨੈਕਸਟ ਹੈ 16 ਨੰਬਰ, 29 ਮਾਰਚ 1849 ਨੂੰ ਲਾਹੌਰ ਦਰਬਾਰ ਦੇ ਵਿੱਚ ਘੋਸ਼ਣਾ ਕਿਸ ਨੇ ਪੜ੍ਹੀ ਸੀ? ਆਪਸ਼ਨ 1 ਹੈ ਹੈਨਰੀ ਐਲੀਅਟ, ਆਪਸ਼ਨ 2 ਹੈ ਲਾਰਡ ਡਲਹੌਜੀ, ਆਪਸ਼ਨ 3 ਹੈ ਹੈਨਰੀ ਲਾਰੈਂਸ ਅਤੇ ਆਪਸ਼ਨ 4 ਹੈ ਇਵਾਨਜ਼ ਬੈਲ। 29 ਮਾਰਚ 1849 ਨੂੰ ਲਾਹੌਰ ਦਰਬਾਰ ਦੇ ਵਿੱਚ ਘੋਸ਼ਣਾ ਪੜ੍ਹੀ ਗਈ ਸੀਗੀ ਹੈਨਰੀ ਐਲੀਅਟ ਨੇ। ਨੈਕਸਟ ਹੈ 17 ਨੰਬਰ, 29 ਮਾਰਚ 1849 ਨੂੰ ਲਾਹੌਰ ਦਰਬਾਰ ਦੇ ਵਿੱਚ ਘੋਸ਼ਣਾ ਜਿਹੜੀ ਹੈ ਉਹ ਕਿਸ ਨੇ ਪੜ੍ਹੀ ਸੀ? ਸੋ ਇਹ ਰਿਪੀਟ ਹੋ ਗਿਆ ਹੈ ਸ਼ਾਇਦ। ਓਕੇ, ਹੈਨਰੀ ਐਲੀਅਟ ਨੇ ਪੜ੍ਹੀ ਸੀ। ਓਕੇ, ਸੋ ਇਹ ਸੀਗੇ ਅੱਜ ਦੇ ਸਾਡੇ MCQ ਜੋ ਕਿ ਤੁਹਾਨੂੰ ਕਾਫੀ ਹੈਲਪਫੁਲ ਰਹਿਣਗੇ। ਸੋ ਪਹਿਲਾਂ ਆਪਾਂ ਥਿਊਰੀ ਡਿਸਕਸ ਕੀਤੀ ਹੈ, ਇਸ ਤੋਂ ਬਾਅਦ MCQ। ਸੋ ਉਮੀਦ ਕਰਦਾ ਹਾਂ ਕਿ ਇਹ ਟੌਪਿਕ ਕਾਫੀ ਹੈਲਪਫੁਲ ਰਹੂਗਾ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ ਪਲੀਜ਼ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।